ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। BC ਦੇ ਵਿੱਚ ਅੱਜ ਹੋਰ 2 ਹਫ਼ਤੇ ਦੀ ਐਮਰਜੈਂਸੀ ਵਧਾ ਦਿੱਤੀ ਗਈ ਹੈ ਤੇ ਹੈਲਥ ਆਫੀਸ਼ੀਅਲਸ ਨੇ ਜੋ ਪ੍ਰੋਜੈਕਸ਼ਨ ਦਿੱਤੀ ਹੈ, ਸਾਡੇ ਜੋ ਟਾਪ ਡਾਕਟਰ ਨੇ ਡਾਕਟਰ ਥੈਰੇਸਾ ਟੈਮ, ਉਹਨਾਂ ਨੇ ਕੱਲ ਪ੍ਰੋਜੈਕਸ਼ਨਸ ਦਿੱਤੀਆਂ ਸੀ ਕਿ ਜੋ ਕੈਨੇਡਾ ਹੈ ਉਹ ਜੋ ਕਰੋਨਾ ਵਾਇਰਸ ਦੀ ਪੀਕ ਹੈ ਉਹਨੂੰ ਪਾਰ ਕਰ ਚੁੱਕਿਆ ਹੈਗਾ ਆ। ਸੋ ਕੀ ਨਵੀਆਂ ਪ੍ਰੋਜੈਕਸ਼ਨਸ ਆਈਆਂ ਨੇ ਤੇ ਨਾਲ ਇੱਕ ਹੋਰ ਹੈਲਥ ਕੈਨੇਡਾ ਨੇ ਵਾਰਨਿੰਗ ਵੀ ਦਿੱਤੀ ਹੈਗੀ ਹੈ ਕਿ ਕਈ ਜਗ੍ਹਾ ਦੇ ਉੱਤੇ ਵਾਰਨਿੰਗਸ ਆ ਰਹੀਆਂ ਨੇ, ਕਈ ਪ੍ਰੋਡਕਟਸ ਵੇਚੇ ਜਾ ਰਹੇ ਨੇ COVID-19 ਦਾ ਇਲਾਜ ਦੱਸ ਕੇ, ਉਹਨਾਂ ਨੂੰ ਇਗਨੋਰ ਕੀਤਾ ਜਾਵੇ ਕਿਉਂਕਿ ਅਜੇ ਤੱਕ ਕੋਈ ਵੀ ਇਲਾਜ ਨਹੀਂ ਹੈ। ਸੋ ਇਹ ਸਭ ਖਬਰਾਂ ਦੇ ਬਾਰੇ ਕੀ ਕੁਝ ਹੋ ਰਿਹਾ ਹੈਗਾ ਆ, ਕੀ ਅੱਜ ਦੀ ਸਿਚੁਏਸ਼ਨ ਹੈਗੀ ਆ, ਇਹ ਡਿਸਕਸ ਕਰਨ ਦੇ ਲਈ ਅੱਜ ਮੇਰੇ ਨਾਲ ਨੇ ਡਾਕਟਰ ਪ੍ਰਗਟ ਸਿੰਘ ਪੁਰ ਜੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਡਾਕਟਰ ਪੁਰ ਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਅਰਸ਼ ਜੀ, ਔਰ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਪੁਰ ਜੀ, ਜਿੱਦਾਂ ਹੁਣ ਡਾਕਟਰ ਥੈਰੇਸਾ ਟੈਮ ਨੇ ਕੱਲ ਆਪਾਂ ਨੂੰ ਪ੍ਰੋਜੈਕਸ਼ਨਸ ਦਿੱਤੀਆਂ ਸੀਗੀਆਂ, ਸੋ ਐਵਰੀ ਮੰਥ ਉਹ 9 ਤਰੀਕ ਨੂੰ ਪਿਛਲੇ ਮਹੀਨੇ ਦੀ ਉਹਨਾਂ ਨੇ ਪ੍ਰੋਜੈਕਸ਼ਨ ਦਿੱਤੀਆਂ, ਫਿਰ 16 ਨੂੰ ਦਿੱਤੀਆਂ, ਤਾਂ ਹੁਣ ਉਹਨਾਂ ਨੇ ਜੋ ਨਵੀਆਂ ਪ੍ਰੋਜੈਕਸ਼ਨਸ ਦਿੱਤੀਆਂ ਉਹਨਾਂ ਨੇ ਕਿਹਾ ਕਿ ਅਸੀਂ ਜੋ ਪੀਕ ਹੈ ਉਹਨੂੰ ਪਾਰ ਕਰ ਚੁੱਕੇ ਹੈਗੇ ਆ। ਸੋ ਕੀ ਜੋ ਹੋਰ ਡਿਟੇਲ ਦੇ ਵਿੱਚ ਉਹਨਾਂ ਨੇ ਦੱਸਿਆ? ਡਾਕਟਰ ਥੈਰੇਸਾ ਟੈਮ ਜਿਹੜੇ ਸਾਡੇ ਫੈਡਰਲ ਚੀਫ ਮੈਡੀਕਲ ਆਫਿਸਰ ਹੈਗੇ ਆ, ਔਰ ਹਰ ਪ੍ਰੋਵਿੰਸ ਦੇ ਆਪਣੇ ਵੱਖ-ਵੱਖ ਹੈਗੇ, ਜਿੱਦਾਂ BC ਦੇ ਡਾਕਟਰ ਬੋਨੀ ਹੈਨਰੀ। ਸੋ ਡਾਕਟਰ ਥੈਰੇਸਾ ਟੈਮ WHO ਦੀ ਇੱਕ ਚੇਅਰ ਕਮੇਟੀ ਦੇ ਵਿੱਚ ਵੀ ਬੰਦੇ ਆ, ਜਿਹੜੇ ਸਾਇੰਟਿਸਟ ਆ, ਐਪੀਡੈਮੀਓਲੋਜਿਸਟ ਐਡਵਾਈਸ ਉਹਨਾਂ ਤੋਂ ਮਿਲਦੀ ਆ, ਉਹਨਾਂ ਨੂੰ ਦਿੰਦੇ ਵੀ ਆ। ਸੋ ਉਹਨਾਂ ਨੇ ਪ੍ਰੋਜੈਕਸ਼ਨ ਕੀਤੀ ਆ ਵੀ ਜਦੋਂ ਅਸੀਂ ਪਿੱਛੇ ਦੇਖ ਰਹੇ ਸੀ, ਜਦੋਂ ਕੋਵਿਡ ਦੇ ਕੇਸਿਸ ਦੀ ਦਰ ਵੱਧ ਰਹੀ ਸੀ, ਹਰ ਤੀਜੇ ਚੌਥੇ ਦਿਨ ਬਾਅਦ ਡਬਲ ਹੁੰਦੇ ਸੀ, ਤਾਂ ਉਹਨਾਂ ਨੇ ਜਿਹੜਾ ਕੱਲ ਬਿਆਨ ਦਿੱਤਾ ਵੀ 16 ਦਿਨ ਬਾਅਦ ਹੁਣ ਡਬਲ ਹੋਈ ਆ, ਮੀਨਸ ਸਲੋ ਡਾਊਨ ਹੋ ਗਈ ਆ। ਸੋ ਉਹ ਆਪਾਂ ਜਿਹੜਾ ਪੀਕ ਹੈਗਾ, ਜਿੱਦਾਂ ਹੁਣ ਪਹਾੜੀ ਚੜ੍ਹ ਕੇ ਫਿਰ ਉਤਰਨਾ ਹੁੰਦਾ, ਹੁਣ ਨੈਕਸਟ ਸਟੈਪ ਹੈ ਵੀ ਆਪਾਂ ਹੌਲੀ ਹੌਲੀ ਥੱਲੇ ਨੂੰ ਆਵਾਂਗੇ। ਔਰ ਲਗਭਗ ਸਾਰੀ ਕੰਟਰੀਜ਼ ਜਿੱਥੇ ਇਹ ਹੋਇਆ ਉਹਨਾਂ ਦਾ ਇਹੀ ਪੈਟਰਨ ਹੁੰਦਾ ਕਿ ਪਹਿਲੋਂ ਕੇਸਿਸ ਹੌਲੀ ਹੌਲੀ ਆਉਂਦੇ ਆ, ਅਚਾਨਕ ਬਹੁਤ ਜ਼ਿਆਦਾ ਵੱਧ ਕੇ ਇੱਕ ਸਿਖਰ ਤੇ ਜਾ ਕੇ ਫਿਰ ਹੌਲੀ ਹੌਲੀ ਡਾਊਨ ਹੋਣੇ ਸ਼ੁਰੂ ਹੁੰਦੇ, ਜਿੱਦਾਂ ਚਾਈਨਾ 'ਚ ਹੋਇਆ, ਇਟਲੀ 'ਚ ਹੋਇਆ, ਈਵਨ ਨਿਊਯਾਰਕ ਦੇ ਵਿੱਚ ਥੱਲੇ ਆ ਰਹੇ ਕੇਸਿਸ। ਹੁਣ ਜਿਹੜੀ ਉਹਨਾਂ ਦੀ ਪ੍ਰੋਜੈਕਸ਼ਨ ਸੀ ਵੀ ਮਈ 5 ਤੱਕ, ਅਗਲੇ ਸੋਮਵਾਰ ਤੱਕ, ਵੀ ਕਰੀਬਨ 3200 ਤੋਂ 3800 ਡੈਥਸ ਹੋ ਸਕਦੇ ਆ। ਹੁਣ ਇਸ ਵੇਲੇ 3000 ਡੈਥ ਹੋ ਗਈਆਂ, 50,000 ਤੋਂ ਉੱਤੇ ਪੋਜ਼ਿਟਿਵ ਕੇਸਿਸ। ਜਦੋਂ ਉੱਥੇ ਮੈਂ ਪੋਜ਼ਿਟਿਵ ਕੇਸਿਸ ਕਰਨਾ, ਇਹ ਉਹੀ ਆ ਜਿਹੜੇ ਚੈੱਕ ਹੋਏ ਆ, ਕਾਫੀ ਲੋਕਾਂ ਦਾ ਚੈੱਕ ਨਹੀਂ ਹੋਇਆ। ਔਰ ਅਮਰੀਕਾ ਤੋਂ ਬਹੁਤ ਸਾਰੀ ਸਟੱਡੀਜ਼ ਆ ਰਹੀਆਂ ਵੀ ਜਿਹੜੇ ਇੱਕ ਪੋਜ਼ਿਟਿਵ ਜਿਹੜਾ ਚੈੱਕ ਹੋਇਆ, ਹੋ ਸਕਦਾ 10 ਤੋਂ 40 ਹੋਰ ਹੋਣ ਜਿਨ੍ਹਾਂ ਦਾ ਚੈੱਕ ਹੋਇਆ ਹੀ ਨਹੀਂ। ਸੋ ਇਹਦਾ ਡੇਟਾ ਅਜੇ ਤੱਕ ਸਾਨੂੰ ਨਹੀਂ ਪਤਾ, ਲੇਕਿਨ ਹੋ ਸਕਦਾ ਵੀ ਨੰਬਰਸ ਬਹੁਤ ਜ਼ਿਆਦਾ ਹੋਏ, ਕਿਉਂਕਿ ਨਿਊਯਾਰਕ 'ਚ ਉਹਨਾਂ ਦੇ ਜਿਹੜੇ ਹੈਗੇ ਆ ਗਵਰਨਰ ਐਂਡਰੂ ਕੁਮੋ, ਉਹਨਾਂ ਨੇ ਰੈਂਡਮਲੀ ਐਂਟੀਬੋਡੀ ਟੈਸਟ ਕੀਤਾ ਕਾਫੀ ਜਗ੍ਹਾ 'ਚ, ਨਿਊਯਾਰਕ ਤੇ ਡਿਫਰੈਂਟ ਕਾਊਂਟੀਜ਼ 'ਚ, ਤੇ 24% ਲੋਕਾਂ ਦੇ ਵਿੱਚੋਂ ਐਂਟੀਬੋਡੀ ਟੈਸਟ ਪੋਜ਼ਿਟਿਵ ਆਇਆ, ਜਿਨ੍ਹਾਂ ਨੂੰ ਲੱਛਣ ਹੈਗੀ ਨਹੀਂ ਸੀ, ਮਾੜਾ ਮੋਟਾ ਹੀ ਜਿਹੜਾ ਖੰਘ ਜ਼ੁਕਾਮ ਸੀ। ਸੋ ਇਸ ਤੋਂ ਜ਼ਾਹਿਰ ਹੁੰਦਾ ਵੀ ਇਹਦੀ ਅਜੇ ਕਲੀਅਰ ਪਿਕਚਰ ਜਿਹੜੀ ਹੈਗੀ ਆ ਉਹ ਸਾਡੇ ਸਾਹਮਣੇ ਨਹੀਂ ਹੈਗੀ, ਲੇਕਿਨ ਟੈਸਟਿੰਗ ਵਧਾਈ ਜਾ ਰਹੀ ਆ। ਅਸੀਂ 20,000 ਟੈਸਟ ਕਰਦੇ ਸੀ ਪੂਰੇ ਕੈਨੇਡਾ 'ਚ, ਲਗਭਗ 7,80,000 ਟੈਸਟ ਹੋ ਚੁੱਕੇ ਆ, ਔਰ 7% ਉਹਦੇ ਵਿੱਚੋਂ ਪੋਜ਼ਿਟਿਵ ਆਏ ਆ, ਜਿਹੜੇ ਅਸੀਂ ਕਹਿ ਰਹੇ ਹਾਂ 50,000। ਸੋ ਟੈਸਟਿੰਗ ਦੀ ਕੈਪੈਸਿਟੀ 3 ਗੁਣਾ ਜ਼ਿਆਦਾ ਵਧਾਈ ਜਾ ਰਹੀ ਹੈ, 60,000 ਦੇ ਲਾਗੇ ਚਾਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਇਹਦੇ ਵਿੱਚ ਟੈਸਟ ਕਿਟ ਚਾਹੀਦੇ ਆ, ਮੈਨ ਪਾਵਰ ਚਾਹੀਦੀ ਆ, ਉਹ ਮਸ਼ੀਨਾਂ ਚਾਹੀਦੀਆਂ, ਕਿਉਂਕਿ ਇਹ ਜਿਹੜਾ ਅਸੀਂ ਟੈਸਟ ਕਰ ਰਹੇ ਹਾਂ ਟ੍ਰੈਡੀਸ਼ਨਲ ਟੈਸਟ ਹੈ, ਉਹਨੂੰ ਕਹਿੰਦੇ ਆ RT-PCR। PCR ਦਾ ਮਤਲਬ ਹੁੰਦਾ ਪੋਲੀਮਰੇਜ਼ ਚੇਨ ਰਿਐਕਸ਼ਨ, ਜਿਹੜਾ ਵਾਇਰਸ ਦਾ ਜਿਹੜਾ RNA ਆ ਉਹਨੂੰ ਐਂਪਲੀਫਾਈ ਕੀਤਾ ਜਾਂਦਾ। ਜਿੱਦਾਂ ਸਮਝੋ ਇੱਕ ਬਹੁਤ ਨਿੱਕੀ ਜਿਹੀ ਪਿਕਚਰ ਆ, ਉਹਨੂੰ ਬਲੋ ਅਪ ਕਰਦੀ ਹੈ ਤੇ ਸਾਰਿਆਂ ਨੂੰ ਨਜ਼ਰ ਆ ਜਾਂਦੀ ਹੈ, ਰਾਈਟ। ਸੋ ਉਹਦਾ ਵਾਇਰਸ ਬਹੁਤ ਸੂਖਸ਼ਮ ਹੈਗਾ, ਸੋ ਉਹਦਾ ਜਿਹੜਾ RNA ਐਂਪਲੀਫਾਈ ਕੀਤਾ ਜਾਂਦਾ, ਫਿਰ ਪਤਾ ਲੱਗ ਜਾਂਦਾ ਵੀ ਵਾਕਈ ਉਸ ਵਿਅਕਤੀ ਨੂੰ ਹੈਗਾ ਕਿ ਨਹੀਂ ਹੈਗਾ। ਹੁਣ ਵੀ ਜਿਹੜਾ ਇਹ ਟੈਸਟ ਆ, ਇਹਦਾ ਨਾ 100% ਇਹਦਾ ਨਹੀਂ ਹੈਗਾ। ਹੁਣ ਕਈਆਂ ਨੂੰ ਅਰਲੀ ਸਟੇਜਿਸ 'ਚ ਇਹ ਨੈਗੇਟਿਵ ਆਊਗਾ, ਹਾਲਾਂਕਿ ਉਹਨਾਂ 'ਚ ਇਨਫੈਕਸ਼ਨ ਹੈਗਾ। ਸੋ ਪਹਿਲੇ 3-4 ਦਿਨ ਅਗਰ ਉਹ ਇਨਫੈਕਟਡ ਬੰਦਾ ਹੈਗਾ, ਉਹ 'ਚ ਨੈਗੇਟਿਵ ਆਊਗਾ। ਇਹ 5ਵੇਂ ਤੋਂ 10ਵੇਂ ਦਿਨ ਦੇ ਵਿੱਚ ਜ਼ਿਆਦਾ ਪੋਜ਼ਿਟਿਵ ਹੁੰਦਾ। ਫਿਰ ਜਿਹੜੇ ਟੈਸਟ ਕਰਨ ਵਾਲਾ ਟੈਕਨੀਸ਼ੀਅਨ ਜਾਂ ਨਰਸ ਹੈ ਜਾਂ ਡਾਕਟਰ ਆ, ਉਹਦੀ ਟੈਕਨੀਕ ਦੇ ਉੱਤੇ ਵੀ ਡਿਪੈਂਡ ਕਰਦਾ ਵੀ ਉਹਨੇ ਕਿੱਦਾਂ ਸੈਂਪਲ ਲਿੱਤਾ। ਫਿਰ ਜਿਹੜਾ ਹੈਗਾ ਇਹਦੀ ਜਿਹੜੀ ਓਵਰਆਲ ਐਕਿਊਰੇਸੀ ਅਰਾਊਂਡ 80% ਕਹਿ ਸਕਦੇ ਆ। ਸੋ ਇਹੀ ਇੱਕੋ ਟੈਸਟ ਅਵੇਲੇਬਲ ਹੈ, ਹੋਰ ਕੋਈ ਟੈਸਟ ਵੀ ਨਹੀਂ ਅਵੇਲੇਬਲ। ਸੋ ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਵੀ ਜੋ ਕੁਝ ਸਾਡੇ ਕੋਲ ਅਵੇਲੇਬਲ ਹੈ, ਉਸ ਆਧਾਰ ਦੇ ਉੱਤੇ ਅਸੀਂ ਇਹ ਟੈਸਟਿੰਗ ਕੀਤੀ ਆ। ਹੁਣ ਜਿਹੜਾ ਐਂਟੀਬੋਡੀ ਟੈਸਟ ਆ, ਉਹ ਵੀ ਜਿਹੜਾ ਹੈਗਾ ਖਾਲੀ ਦੱਸਦਾ ਵੀ ਤੁਹਾਨੂੰ ਕੋਵਿਡ ਹੋਇਆ ਸੀ
ਕਿ ਨਹੀਂ ਹੋਇਆ ਸੀ। ਜਦੋਂ ਕਿਸੇ ਨੂੰ ਕੋਵਿਡ ਹੁੰਦਾ ਨਾ, ਪਹਿਲਾਂ IgM ਐਂਟੀਬੋਡੀਜ਼ ਬਣਦੀਆਂ, ਉਹ ਬਣ ਕੇ ਕੁਝ ਹਫ਼ਤੇ ਬਾਅਦ ਹੌਲੀ 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 ਥੱਲੇ ਚਲੇ ਜਾਂਦੀਆਂ। ਫਿਰ ਕੁਝ ਹਫ਼ਤੇ ਬਾਅਦ IgG ਬਣਦੀਆਂ, ਉਹ ਕਰੀਬਨ ਕਈ ਮਹੀਨੇ ਕਈ ਸਾਲ ਵੀ ਰਹਿ ਸਕਦੀਆਂ। ਸਾਡੇ ਕੋਲ ਜਿਹੜਾ ਐਂਟੀਬੋਡੀ ਡੇਟਾ ਹੈ ਉਹ SARS ਤੋਂ ਹੈਗਾ ਤੇ MERS ਤੋਂ ਹੈਗਾ, ਜਿਹੜੇ ਕਰੋਨਾ ਵਾਇਰਸ ਦੇ ਨਾਲ ਹੀ ਮਿਲਦੇ ਜੁਲਦੇ ਵਾਇਰਸ ਸੀ, ਜਿਹੜੇ 18 ਸਾਲ ਪਹਿਲੋਂ ਤੇ 15 ਸਾਲ ਪਹਿਲੋਂ ਹੋਏ ਸੀ। ਉਹਦੇ ਤੇ ਪਤਾ ਲੱਗਾ ਵੀ ਕਾਫੀ ਲੋਕਾਂ ਨੂੰ ਜਿਨ੍ਹਾਂ ਨੂੰ SARS ਜਾਂ MERS ਹੋਇਆ, ਉਹ ਘੱਟ ਤੋਂ ਘੱਟ 2-3 ਸਾਲ ਤੱਕ ਤੇ ਉਹਨਾਂ ਦੇ ਵਿੱਚ ਐਂਟੀਬੋਡੀ ਰਹਿੰਦੀ ਹੈ। ਸੋ ਇਹ ਪ੍ਰੀਜ਼ੰਪਸ਼ਨ ਹੈਗਾ ਵੀ ਸ਼ਾਇਦ ਇਸ ਤੋਂ ਵੀ ਰਹੂਗੀ। ਇੱਕ ਲੇਡੀਜ਼ ਦੇ ਲਈ ਖੁਸ਼ਖਬਰੀ ਹੈ ਵੀ ਉਹਨਾਂ 'ਚ ਐਂਟੀਬੋਡੀਜ਼ ਲੈਵਲ ਸਟਰੋਂਗ ਬਣਦੀ ਆ ਤੇ ਲੰਬੇ ਅਰਸੇ ਤੱਕ ਰਹਿੰਦੀ ਹੈ। ਉਹਨਾਂ ਦਾ ਇਮਿਊਨ ਸਿਸਟਮ ਜਿਹੜਾ ਹੈਗਾ ਸ਼ਾਇਦ ਵਧੀਆ ਬੰਦਿਆਂ ਨਾਲੋਂ। ਦੂਜਾ ਹੈਗਾ ਵੀ ਕਈਆਂ 'ਚ ਥੋੜੀ ਅਮਾਊਂਟ ਬਣਦੀ ਆ। ਹੁਣ ਜਿਹੜੀ ਐਂਟੀਬੋਡੀ ਬਣਦੀ ਆ, ਭਾਵੇਂ ਅਮਾਊਂਟ ਥੋੜੀ ਆ, ਵੀ ਉਹ ਕੰਮ ਵੀ ਕਰਦੀ ਹੈ ਕਿ ਨਹੀਂ ਕਰਦੀ, ਉਹਨੂੰ ਕਹਿੰਦੇ ਨਿਊਟਰਲਾਈਜ਼ਿੰਗ ਐਂਟੀਬੋਡੀਜ਼। ਹੁਣ ਉਹ ਜਿਹੜਾ ਹੈਗਾ ਉਹ ਲੈਬ 'ਚ ਚੈੱਕ ਕੀਤਾ ਜਾਂਦਾ। ਤੁਹਾਡਾ ਬਲੱਡ ਦਾ ਜਿਹੜਾ ਸੈਂਪਲ ਲੈ ਕੇ, ਐਕਚੁਅਲੀ ਉਹਦਾ ਪਲਾਜ਼ਮਾ ਲੈ ਕੇ ਉਹ 'ਚ ਵਾਇਰਸ ਪਾਇਆ ਜਾਂਦਾ ਤੇ ਫਿਰ ਦੇਖਿਆ ਜਾਂਦਾ ਵੀ ਅਗਰ ਸਮਝੋ ਇੱਕ ਵਾਇਰਸ ਦਾ ਪਾਰਟੀਕਲ ਹੈ ਤਾਂ ਉਹਨੂੰ 2 ਬੰਦੇ ਫੜ ਲੈਣ, 2 ਐਂਟੀਬੋਡੀਜ਼ ਫੜ ਲੈਣ ਤਾਂ ਵੀ ਕਾਬੂ 'ਚ ਆ ਜਾਊਗਾ, ਹੈ ਨਾ। ਅਗਰ ਵਾਇਰਸ ਜਿਹੜਾ ਹੈਗਾ 50 ਆ, ਤੁਹਾਡੇ ਕੋਲ 2 ਹੀ ਐਂਟੀਬੋਡੀਜ਼ ਹੈ ਤੇ ਫਿਰ ਤੇ ਵਾਇਰਸ ਫੜ ਨਹੀਂ ਹੋਣਾ। ਸੋ ਉਹ ਉਹਨੂੰ ਕਹਿੰਦੇ ਨਿਊਟਰਲਾਈਜ਼ਿੰਗ ਐਂਟੀਬੋਡੀਜ਼ ਕਿੰਨੀਆਂ ਤੁਹਾਡੇ ਵਿੱਚ। ਸੋ ਇਹ ਜਿਹੜੀਆਂ ਗੱਲਾਂ ਇਹ ਹੌਲੀ 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 ਸਾਇੰਸ ਜਿਉਂ ਹੋਰ ਸਟੱਡੀ ਕਰੂਗੀ, ਕਿਉਂਕਿ ਇਹ ਨਵੀਂ ਬਿਮਾਰੀ ਹੈਗੀ ਆ। ਸਿਰਫ ਸਾਡੇ ਕੋਲ 3-4 ਮਹੀਨੇ ਦੀ ਇਹਦੇ ਨੌਲੇਜ ਆ ਰਹੀ ਆ, ਔਰ ਉਹ ਵੀ ਜ਼ਿਆਦਾ ਡੇਟਾ ਚਾਈਨਾ ਤੋਂ ਆ ਰਿਹਾ, ਇਟਲੀ ਤੋਂ ਆ ਰਿਹਾ, ਔਰ ਥੋੜਾ ਹੁਣ ਅਮਰੀਕਾ ਤੋਂ ਆਉਣਾ ਸ਼ੁਰੂ ਹੋਇਆ। BC ਦੀ ਕੰਡੀਸ਼ਨ ਮੈਂ ਕਹਾਂ ਤੇ ਬਹੁਤ ਅੱਛੀ ਆ, ਕਿਉਂਕਿ ਅਗਰ ਕਹੀਏ ਤੇ ਸਿਰਫ 2050 ਦੇ ਲਾਗੇ ਚਾਗੇ ਪੋਜ਼ਿਟਿਵ ਕੇਸ ਆ, 105 ਮੌਤਾਂ, ਲੇਕਿਨ ਸਾਡੀ ਰਿਕਵਰੀ 60% ਤੋਂ ਜ਼ਿਆਦਾ। ਕੈਨੇਡਾ ਦੇ ਵਿੱਚ ਅਗਰ 50,000 ਕਹੀਏ ਤੇ 20,000 ਰਿਕਵਰ ਆ, ਸੋ 40% ਹੈ, ਅਸੀਂ 60% 'ਚ ਆ। ਲੇਕਿਨ ਮੈਂ ਇਹ ਵੀ ਕਹਿਣਾ ਚਾਹੁੰਦਾ, ਅਗਰ BC ਦੀ ਆਪਾਂ ਦੇਖੀਏ, ਵੀ ਆਰ ਮੋਰ ਦੈਨ 5 ਮਿਲੀਅਨ ਦੀ ਸਾਡਾ ਪ੍ਰੋਵਿੰਸ ਹੈਗਾ। ਅਗਰ 5 ਮਿਲੀਅਨ ਵਾਲਾ ਕੋਈ ਵੀ ਸਟੇਟ, ਕੋਈ ਵੀ ਪ੍ਰੋਵਿੰਸ, ਕੋਈ ਵੀ ਕੰਟਰੀ ਲੈ ਲਓ, ਯੂਰਪ 'ਚ ਲੈ ਲਓ ਜਾਂ ਨਾਰਥ ਅਮਰੀਕਾ, ਅਸੀਂ ਸਭ ਤੋਂ ਲੋਐਸਟ ਆ। ਸਾਡੀ ਡੈਥ ਰੇਟ ਹੈਗੀ ਹੈ 19 ਪਰ ਮਿਲੀਅਨ। ਸੋ ਵੀ ਆਰ ਡੂਇੰਗ ਵੈਰੀ ਗੁੱਡ। ਸੋ ਇਹ ਕਿਉਂਕਿ ਤੁਸੀਂ ਸਾਰਿਆਂ ਨੇ ਲਿਸਨ ਕੀਤਾ, ਤੁਸੀਂ ਸਾਰਿਆਂ ਨੇ ਜਿਹੜਾ ਹੈਗਾ ਸੋਸ਼ਲ ਡਿਸਟੈਂਸ ਫੋਲੋ ਕੀਤਾ, ਹੈਂਡ ਵਾਸ਼ਿੰਗ, ਮਾਸਕ ਤੇ ਹੋਰ ਚੀਜ਼ਾਂ, ਤੇ ਘਰਾਂ 'ਚ ਬੈਠੇ ਹੋ, ਤੇ ਅਜੇ ਜਿਹੜੀ ਗਾਈਡਲਾਈਨਸ ਜਿਹੜੀ ਜਦੋਂ ਗਵਰਨਮੈਂਟ ਦਊਗੀ ਉਸ ਹਿਸਾਬ ਦੇ ਨਾਲ ਅਸੀਂ ਉਹਨੂੰ ਹੌਲੀ ਹੌਲੀ ਜਦੋਂ ਵੀ ਕਹਿੰਦੇ ਅਨਲੌਕਡਾਊਨ ਹੋਣਾ ਫੋਲੋ ਕਰਾਂਗੇ। ਤੁਸੀਂ ਪਲਾਜ਼ਮਾ ਥੈਰੇਪੀ ਦੀ ਗੱਲ ਕੀਤੀ ਸੀ, ਤੇ ਪਲਾਜ਼ਮਾ ਥੈਰੇਪੀ ਦੇ ਵਿੱਚ ਲੋਕ ਜਿਵੇਂ ਇੱਕ ਦੂਜੇ ਨੂੰ ਬਲੱਡ ਦੇ ਰਹੇ ਹੈਗੇ ਆ, ਸੋ ਇਹ ਵਰਕ ਚੀਜ਼ਾਂ ਕਰ ਰਹੀਆਂ ਨੇ, ਨਹੀਂ ਕਰ ਰਹੀਆਂ ਨੇ, ਰਿਜ਼ਲਟ ਕੁਛ ਆਇਆ ਇਹਨਾਂ ਦਾ? ਦੇਖੋ ਇਸ ਵੇਲੇ ਕਰੀਬਨ 150 ਟਾਈਪਸ ਆਫ ਮੋਡੈਲਿਟੀਜ਼ ਕੋਸ਼ਿਸ਼ ਕੀਤੀਆਂ ਜਾ ਰਹੀਆਂ, ਜਿਹੜੀ WHO ਨੂੰ ਪਤਾ, ਔਰ WHO ਨੇ ਮਾਨਤਾ ਵੀ ਦਿੱਤੀ ਵੀ ਤੁਸੀਂ ਕਰੋ, ਕਿਉਂਕਿ ਸਾਡੇ ਕੋਲ ਕੋਈ ਵੀ ਡੈਫੀਨੇਟਿਵ ਇਲਾਜ ਨਹੀਂ ਹੈਗਾ ਇਹਦੇ ਪ੍ਰਤੀ। ਸੋ ਜਿਹੜਾ ਐਂਟੀਬੋਡੀਜ਼ ਪਲਾਜ਼ਮਾ 'ਚ ਹੁੰਦੀਆਂ, ਸਮਝੋ ਮੈਨੂੰ ਕੋਵਿਡ ਹੋ ਗਿਆ, ਮੇਰੇ ਬਲੱਡ ਦੇ ਵਿੱਚ ਕੁਛ ਨਾ ਕੁਛ ਤੇ ਐਂਟੀਬੋਡੀਜ਼ ਹੋਣਗੀਆਂ। ਸੋ ਬਲੱਡ ਦਾ ਸੈਂਪਲ ਲੈ ਕੇ ਉਹਨੂੰ ਸਪਿਨ ਕਰੀਏ, ਸੈਲਸ ਥੱਲੇ ਰਹਿ ਜਾਂਦੇ, ਜਿਹੜਾ ਲਾਈਟ ਯੈਲੋ ਕਲਰ ਫਲੂਇਡ ਹੁੰਦਾ ਪਲਾਜ਼ਮਾ, ਉਹ 'ਚ ਐਂਟੀਬੋਡੀਜ਼ ਹੁੰਦੀਆਂ। ਉਹ ਪਲਾਜ਼ਮਾ ਆਪਾਂ ਦੇ ਸਕਦੇ ਹਾਂ ਕੋਸ਼ਿਸ਼ ਦੇ ਤੌਰ ਤੇ, ਜਿਹੜਾ ਬਹੁਤ ਜ਼ਿਆਦਾ ਸਿੱਕ ਹੈਗਾ। ਦੇਖੋ 90% ਕੇਸਿਸ ਬਹੁਤ ਮਾਈਲਡ ਹੁੰਦੇ ਆ ਕੈਨੇਡਾ 'ਚ ਅਗਰ ਆਪਾਂ ਆਖੀਏ, ਔਰ ਉਹ ਘਰਾਂ 'ਚ ਠੀਕ ਹੋ ਰਹੇ। ਇਹ ਤੇ ਉਹਦੀ ਗੱਲ ਹੋ ਰਹੀ ਹੈ ਵੀ ਜਿਹੜੇ ਹਸਪੀਟਲ 'ਚ ਆ, ਜਿਹੜੇ ICU 'ਚ ਆ, ਜਿਹੜੇ ਬਹੁਤ ਜ਼ਿਆਦਾ ਸਿੱਕ ਆ, ਵੀ ਲਾਸਟ ਰਿਜ਼ੋਰਟ ਇਹ ਵੀ ਟਰਾਈ ਕੀਤਾ ਜਾਏ। ਕਈਆਂ 'ਚ ਵਰਕ ਕਰਦਾ, ਕਈਆਂ 'ਚ ਨਹੀਂ ਵੀ ਕਰਦਾ। ਸੋ ਇਹਦੇ ਸਾਈਡ ਇਫੈਕਟ ਵੀ ਹੈਗੇ ਆ। ਹੁਣ ਮੇਰੀ ਚੀਜ਼ ਹੈਗੀ, ਕਿਸੇ ਨੂੰ ਦਈਏ ਐਲਰਜਿਕ ਰਿਐਕਸ਼ਨ ਹੋ ਸਕਦਾ, ਅਗਲੇ ਬੰਦੇ ਨੂੰ ਇੰਟਰਾਵੀਨਸ ਦੇਣੀ ਪੈਂਦੀ ਆ, ਉਹਦੇ ਵੇਨ ਦੇ ਵਿੱਚ ਫਲੇਬਾਈਟਿਸ ਹੋ ਸਕਦੀ, ਇਨਫਲੇਮੇਸ਼ਨ ਹੋ ਸਕਦੀ, ਦਰਦ ਹੋ ਸਕਦਾ, ਇਨਫੈਕਸ਼ਨ ਟ੍ਰਾਂਸਮਿਟ ਹੋ ਸਕਦੇ ਆ ਅਗਰ ਮੇਰੇ ਪ੍ਰੋਪਰਲੀ ਚੈੱਕ ਨਾ ਕੀਤੇ ਜਾਣ, ਹੈ ਨਾ। ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਕੌਸ਼ੀਅਸਲੀ ਸਾਨੂੰ ਫੋਲੋ ਕਰਨਾ ਚਾਹੀਦਾ। ਬਿਲਕੁਲ, ਤੇ ਜਿੱਦਾਂ ਹੁਣ ਹੈਲਥ ਕੈਨੇਡਾ ਨੇ ਵੀ ਵਾਰਨਿੰਗ ਜਿਹੜੀ ਸਟਾਰਟ ਦਿੱਤੀ ਹੈਗੀ 2-3 ਦਿਨ ਪਹਿਲਾਂ, ਤੇ ਉਸ ਤੋਂ ਪਹਿਲਾਂ ਮਿਸਟਰ ਟਰੰਪ ਵੀ ਸਾਨੂੰ ਜਿਹੜੇ ਹੈਗੇ ਆ ਥੋੜਾ ਜਿਹਾ ਸਾਰੇ ਸਾਇੰਟਿਸਟ ਨੂੰ, ਸਾਰੇ ਡਾਕਟਰਸ ਨੂੰ ਉਹਨਾਂ ਨੇ ਹੈਰਾਨੀ ਦੇ ਵਿੱਚ ਪਾਤਾ ਸੀ, ਈਵਨ ਸਾਰੀ ਦੁਨੀਆ ਨੂੰ, ਕਿ ਜੋ ਬਲੀਚਸ ਨੇ ਜਾਂ ਜਿਹੜੇ ਹੈਗੇ ਨੇ ਇੰਜੈਕਟ ਕੀਤੇ ਜਾਣ, ਤੁਹਾਡੇ ਤੇ ਬਲੀਚਸ ਇੰਜੈਕਟ ਕੀਤੀਆਂ ਜਾਣ, ਅਲਟਰਾ ਵਾਇਲਟ ਰੇਜ਼ ਦੇ ਨਾਲ ਇਲਾਜ ਕੀਤਾ ਜਾਵੇ, ਇਹਦੇ ਬਾਰੇ ਅਸੀਂ ਸੋਚ ਸਕਦੇ ਹਾਂ, ਉਹਨਾਂ ਨੇ ਕਿਹਾ। ਤੇ ਬਾਅਦ ਵਿੱਚ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਮਜ਼ਾਕ ਕਰ ਰਿਹਾ ਹੈਗਾ ਆ ਮੈਂ। ਤੇ ਉਸ ਤੋਂ ਬਾਅਦ ਜੋ ਹੈਲਥ ਕੈਨੇਡਾ ਨੇ ਜਿਹੜੀ ਵਾਰਨਿੰਗ ਦਿੱਤੀ ਆ, ਉਹਦੇ ਵਿੱਚ ਕਿਹਾ ਗਿਆ ਕਿ ਬਹੁਤ ਸਾਰੀਆਂ ਸਾਈਟਸ ਨੇ ਜਿਹਦੇ ਉੱਤੇ ਪ੍ਰੋਡਕਟ ਵੇਚੇ ਜਾ ਰਹੇ ਨੇ, ਇਹ ਕਹਿ ਕੇ ਕਿ COVID-19 ਦਾ ਇਲਾਜ ਹੈਗਾ ਆ। ਸੋ ਇਹ ਸਭ ਕੁਝ ਤੋਂ ਬਾਅਦ ਕਿਸ ਤਰ੍ਹਾਂ ਦੀ ਸਥਿਤੀ ਆ ਰਹੀ ਹੈ, ਕਿਸ ਤਰ੍ਹਾਂ ਦੇ ਲੋਕਾਂ ਤੋਂ ਰਿਐਕਸ਼ਨਸ ਮਿਲ ਰਹੇ ਨੇ? ਦੇਖੋ ਪਹਿਲੀ ਗੱਲ ਤੇ ਹੈਗੀ ਆ ਵੀ ਟਰੰਪ ਸਾਹਿਬ ਅਮਰੀਕਾ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹ ਵਰਲਡ ਦੀ ਸਭ ਤੋਂ ਪਾਵਰਫੁਲ ਜਿਹੜਾ ਨੇਸ਼ਨ ਆ ਉਹਦੇ ਪ੍ਰਧਾਨ ਹੈਗੇ ਆ। ਸੋ ਉਹਨਾਂ ਨੂੰ ਇਹ ਹੋਸ਼ੇ ਬਿਆਨ ਨਹੀਂ ਦੇਣੇ ਚਾਹੀਦੇ। ਉਹ ਪੋਲੀਟੀਸ਼ੀਅਨ ਆ, ਡਾਕਟਰੀ ਨੌਲੇਜ ਨਹੀਂ ਹੈਗੀ,
ਸੋ ਇਹ ਜਿਹੜੇ ਵੀ ਟ੍ਰੀਟਮੈਂਟ ਦੀ ਮੋਡੈਲਿਟੀਜ਼ ਆ ਉਹ ਡਾਕਟਰਾਂ ਨੂੰ ਕਰਨੀ ਚਾਹੀਦੀ। ਜਦੋਂ ਤੁਸੀਂ ਦੇਖੋ ਸਾਡੇ ਪ੍ਰਧਾਨ ਮੰਤਰੀ ਆਨਰੇਬਲ ਜਸਟਿਨ ਟਰੂਡੋ ਜੀ, ਉਹ ਕਦੀ ਵੀ ਮੈਡੀਕਲ ਗੱਲ ਨਹੀਂ ਕਰਾਂਗੇ। ਉਹ ਕਹਿਣਗੇ ਵੀ ਡਾਕਟਰ ਥਰੀਸਾ ਟਾਈਮ ਕਰੇ ਜਾਂ ਤੁਹਾਡੇ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਕਰਨ, ਵੀ ਜਿਹੜੀ ਤੁਹਾਡੀ ਐਕਸਪਰਟਿਸ ਹੈ ਉਹ 'ਚ ਤੁਸੀਂ ਗੱਲ ਕਰੋ। ਹੁਣ ਮੈਂ ਬੱਚਿਆਂ ਦਾ ਡਾਕਟਰ ਆ, ਮੈਂ ਨਿਊਰੋ ਸਰਜਰੀ ਦੀ ਗੱਲ ਕਰਾਂ ਉਹ ਸ਼ੋਭਾ ਨਹੀਂ ਦਿੰਦੀ, ਕਿਉਂਕਿ ਮੈਂ ਨਿਊਰੋ ਸਰਜੀਕਲ ਆਪਰੇਸ਼ਨ ਕਦੀ ਕਰਨੇ ਨਹੀਂ, ਨਾ ਮੈਂ ਕਦੀ ਕੀਤੇ ਆ। ਸੋ ਦੂਜੀ ਗੱਲ ਜਿਹੜੀ ਉਹ ਕਹਿੰਦੇ ਆ ਨਾ, ਕਿਉਂਕਿ ਉਹਨਾਂ ਦਾ ਮਾਸ ਫੋਲੋਇੰਗ ਵੀ ਹੈਗਾ, ਕਈ ਜਿਹੜੇ ਹੈਗੇ ਨੇ ਅਮਰੀਕਾ 'ਚ ਲੋਕੀ ਉਹਨੂੰ ਬਹੁਤ ਬਲਾਈਂਡਲੀ ਫੋਲੋ ਕਰਦੇ ਆ। ਸੋ ਅਗਰ ਪ੍ਰੈਸੀਡੈਂਟ ਦੇ ਮੂੰਹ 'ਚ ਆਉਂਦਾ, ਲੋਕੀ ਇੱਕ ਗਲਤ ਇਲਾਜ ਵੀ ਕਈਆਂ ਨੇ ਟਰਾਈ ਕੀਤਾ, ਕਈਆਂ ਨੇ ਕਲੋਰੋਕਸ ਖਾਦਾ, ਕਈਆਂ ਨੇ ਇੰਜੈਕਟ ਕੀਤਾ। ਹੁਣ ਮੈਨੂੰ ਅੱਜ ਖਬਰ ਆ ਰਹੀ ਸੀ, ਇੱਕ ਨਰਸ ਹੈਗੀ ਟੈਕਸਸ 'ਚ ਜਿਹੜੀ ਰੀਨਲ ਡਾਇਲਿਸਿਸ ਕਲੀਨਿਕ, ਉਹਨੇ ਬਲੀਚ ਪਾਉਣੀ ਸ਼ੁਰੂ ਕਰ ਦਿੱਤੀ ਡਾਇਲਿਸਿਸ 'ਚ ਤੇ ਕਾਫੀ ਪੇਸ਼ੈਂਟ ਮਰ ਗਏ। ਸੋ ਚਾਰਜ ਵੀ ਹੋ ਗਈ। ਸੋ ਲੋਕੀ ਜਿਹੜੇ ਹੈਗੇ ਆ ਉਹਨਾਂ ਦਿਮਾਗ ਜਿਹੜਾ ਹੈਗਾ ਖਰਾਬ ਹੋ ਜਾਂਦਾ ਅਗਰ ਉਹਨਾਂ ਨੂੰ ਇਹ ਦਈਏ, ਔਰ ਖਾਸ ਕਰਕੇ ਬਹੁਤ ਵੱਡੀ ਅਥਾਰਟੀ ਤੋਂ। ਦੂਜਾ ਜਿਹੜਾ ਅਲਟਰਾਵਾਇਲਟ ਲਾਈਟ ਦਾ ਸੀ ਉਹ ਵੀ ਵਰਕ ਨਹੀਂ ਕਰਦਾ। ਇਸ ਲਈ ਦੇਖੋ ਹਿਦਾਇਤ ਇਹੀ ਆ ਵੀ ਪਹਿਲੀ ਗੱਲ ਤਾਂ ਕੋਈ ਵੀ ਦਵਾਈ, ਕੋਈ ਵੀ ਪ੍ਰੋਡਕਟ ਆਪਣੇ ਡਾਕਟਰ ਦੇ ਸਲਾਹ ਤੋਂ ਬਗੈਰ ਨਹੀਂ ਯੂਜ਼ ਕਰਨਾ। ਦੂਜੀ ਗੱਲ, ਆਨਲਾਈਨ ਜਿਹੜਾ ਹੈਗਾ ਬੜੀਆਂ ਚੀਜ਼ਾਂ ਵੇਚੀਆਂ ਜਾਣਗੀਆਂ, ਬੜੀਆਂ ਟ੍ਰੈਡੀਸ਼ਨਲ ਮੈਥਡਸ ਵੀ ਵਿੱਚ। ਮੈਂ ਕਿਸੇ ਔਰ ਮੈਡੀਕਲ ਫੈਕਲਟੀ ਦੇ ਖਿਲਾਫ ਨਹੀਂ ਬੋਲ ਰਿਹਾ ਬਈ, ਬਹੁਤ ਸਾਰੇ ਅਸੀਂ ਐਲੋਪੈਥੀ ਯੂਜ਼ ਕਰਦੇ ਹਾਂ, ਬਟ ਹੋਰ ਵੀ ਇਹਦਾ ਕੋਈ ਇਲਾਜ ਨਹੀਂ ਜੋ ਇਹਦਾ ਪਰਹੇਜ਼ ਹੈਗਾ। ਤੁਸੀਂ ਪਰਹੇਜ਼ ਕਰ ਰਹੇ ਹੋ, ਤੁਸੀਂ ਸੁਖੀ ਹੋ। ਅਗਰ ਹਸਪੀਟਲ ਜਾਂਦੇ ਹੋ ਫਿਰ ਡਾਕਟਰ ਜਿਹੜੇ ਹੈਗੇ ਆ ਤੁਹਾਨੂੰ ਉਸ ਵੇਲੇ ਉੱਥੇ ਇਲਾਜ ਦੇਣਗੇ ਜਿਹੜਾ ਬਣਦਾ ਹੈਗਾ। ਅਗਰ ਤੁਹਾਡੀ ਹੈਲਥ ਬਹੁਤ ਜ਼ਿਆਦਾ ਖਰਾਬ ਹੈਗੀ ਆ, ਏਜ ਬਹੁਤ ਜ਼ਿਆਦਾ ਹੈਗੀ ਆ, ਡਾਇਬਟੀਸ ਆ, ਬਲੱਡ ਪ੍ਰੈਸ਼ਰ ਆ, ਮੋਟਾਪਾ, 3 ਫੈਕਟਰ ਸਾਹਮਣੇ ਆਇਆ, ਏਜ ਜਿਹੜੀ ਵਧੇਰੀ ਆ, ਡਾਇਬਟੀਸ, ਮੋਟਾਪਾ ਔਰ ਬਲੱਡ ਪ੍ਰੈਸ਼ਰ, ਉਹ 'ਚ ਜਿਹੜਾ ICU 'ਚ ਜਿਹੜੇ ਹੈਗੇ ਜ਼ਿਆਦਾ ਪੇਸ਼ੈਂਟ ਐਡਮਿਟ ਹੁੰਦੇ। ਸੋ ਪਲੀਜ਼ ਪੈਸੇ ਇੱਕ ਤਾਂ ਖਰਾਬ ਨਾ ਕਰੋ, ਦੂਜੀ ਆਪਣੇ ਸਿਹਤ ਨਾ ਖਰਾਬ ਕਰੋ। ਦੇਖੋ ਹਾਈਡਰੋਕਸੀ ਕਲੋਰੋਕੁਇਨ ਜਦੋਂ ਟਰੰਪ ਸਾਹਿਬ ਨੇ ਪਹਿਲਾਂ ਕਿਹਾ ਸੀ, ਹੁਣ ਪ੍ਰੂਵ ਹੋ ਗਈ ਵੀ ਉਹ ਕੰਮ ਨਹੀਂ ਕਰਦੀ। ਐਕਚੁਅਲੀ ਜਿਹੜੀ ਸਟੱਡੀ 'ਚ ਹਾਈਡਰੋਕਸੀ ਕਲੋਰੋਕੁਇਨ ਦਿੱਤੀ ਵੀ ਸੀ ਉਹ ਦਵਾਈ, ਉਹ ਸਟੱਡੀ 'ਚ ਜ਼ਿਆਦਾ ਮੌਤਾਂ ਹੋਈਆਂ, ਕਿਉਂਕਿ ਇਹ ਹਾਰਟ ਨੂੰ ਔਰ ਕਿਡਨੀਜ਼ ਨੂੰ ਵੀ ਡੈਮੇਜ ਕਰਦੀ ਹੈ। ਕਈਆਂ ਨੇ ਅਫਰੀਕਾ 'ਚ ਉਦਾਂ ਹੀ ਖਾਣੀਆਂ ਸ਼ੁਰੂ ਕਰ ਦਿੱਤੀਆਂ ਕੋਵਿਡ ਆਉਣ ਤੋਂ ਪਹਿਲਾਂ, ਉਹ ਵਿਚਾਰੇ ਹਸਪੀਟਲ 'ਚ ਐਮਰਜੈਂਸੀ 'ਚ ਜਾਣਾ ਪਿਆ ਉਹਨਾਂ ਦਾ ਸਾਈਡ ਇਫੈਕਟ ਕਰਕੇ। ਸੋ ਪਲੀਜ਼ ਤੁਹਾਡੀ ਸਿਹਤ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਆ, ਲੇਕਿਨ ਗਲਤ ਚੀਜ਼ਾਂ ਆਪਣੇ ਮੂੰਹ 'ਚ ਨਾ ਪਾਓ, ਗਲਤ ਟ੍ਰੀਟਮੈਂਟ ਜਿਹੜੀਆਂ ਹੈਗੀਆਂ ਨਾ ਕਰੋ। ਜਿਵੇਂ ਐਚਨੇਸ਼ੀਆ ਹੈਗੀ ਹੈ ਤੇ ਨਾਲ ਰਿਗਨੋ ਆਇਲ ਹੈਗਾ ਆ, ਸੋ ਇਹਨਾਂ ਦੀ ਵੀ ਰეკਮੈਂਡੇਸ਼ਨਸ ਬਹੁਤ ਕੀਤੀਆਂ ਜਾ ਰਹੀਆਂ ਨੇ। ਸੋ ਇਹ ਹੈ ਕਿ ਜ਼ਿਆਦਾ ਓਵਰਡੋਜ਼ 'ਚ ਕੁਝ ਵੀ ਨਾ ਖਾਓ ਜਾਂ ਕੁਝ ਵੀ ਅਜਿਹਾ ਨਾ ਖਾਓ ਜਿਹਦੇ ਨਾਲ ਤੁਹਾਨੂੰ ਐਮਰਜੈਂਸੀ ਜਾਣਾ ਪਵੇ। ਹੁਣ ਆਪਾਂ ਸਪੀਡ ਟੈਸਟ ਦੀ ਗੱਲ ਕੀਤੀ ਸੀ ਕਿ ਕਿੰਨੀ ਸਪੀਡ ਨਾਲ ਟੈਸਟ ਹੋ ਰਹੇ ਨੇ, ਅਮਰੀਕਾ ਦੇ ਵਿੱਚ ਹੋ ਰਹੇ ਨੇ ਟੈਸਟ, ਆਪਣੇ ਵੀ ਇੱਥੇ ਹੋ ਰਹੇ ਨੇ, ਪਰ ਉਹਨਾਂ ਦੇ ਹੀ ਹੋ ਰਹੇ ਨੇ ਜਿਨ੍ਹਾਂ ਦੇ ਕੁਝ ਸਿੰਪਟਮ ਪਾਏ ਜਾ ਰਹੇ ਨੇ। ਪਰ ਜੇ ਹੁਣ ਹੈਲਥ ਕੇਅਰ ਸਿਸਟਮ ਜਿਹੜਾ ਦੁਬਾਰਾ ਰਿਜ਼ਿਊਮ ਹੁੰਦਾ ਆ, ਦੁਬਾਰਾ ਸਰਜਰੀਜ਼ ਕੀਤੀਆਂ ਜਾਂਦੀਆਂ ਨੇ, ਸੋ ਉਹਨਾਂ ਸਾਰਿਆਂ ਦੇ ਵੀ ਟੈਸਟ ਪਹਿਲਾਂ ਕੀਤੇ ਜਾਣਗੇ ਤੇ ਫਿਰ ਬਾਅਦ ਵਿੱਚ ਸਰਜਰੀਜ਼ ਪਰਫਾਰਮ ਕੀਤੀਆਂ ਜਾਣਗੀਆਂ। ਸੋ ਕੀ ਸਿਨੈਰੀਓ ਹੋਏਗਾ? ਜੀ, ਕਿਉਂਕਿ BC 'ਚ ਨਾ ਹਰ ਮਹੀਨੇ 14,000 ਸਰਜਰੀਜ਼ ਹੁੰਦੇ ਆ ਇਲੈਕਟਿਵ, ਜਿੱਦਾਂ ਕਿਸੇ ਦਾ ਨੀ ਪੈਣਾ, ਹਿਪ ਪੈਣਾ, ਜਾਂ ਕੋਈ ਰੂਟੀਨ ਆਪਰੇਸ਼ਨ ਹੈ ਜਿੱਦਾਂ ਟੌਨਸਿਲ ਦਾ ਬੱਚਿਆਂ ਦਾ ਲੈ ਲਓ ਜਾਂ ਹੋਰ ਚੀਜ਼ਾਂ। ਔਰ ਪੂਰੇ ਕੈਨੇਡਾ 'ਚ ਅਰਾਊਂਡ 100,000 ਆਪਰੇਸ਼ਨ ਪਰ ਮੰਥ ਹੁੰਦੇ ਆ। ਇਸ ਵੱਲੋਂ ਸਾਰੇ ਬੈਕਲੌਗ ਤੇ ਚਲੇ ਗਏ ਆ। ਸੋ ਜਦੋਂ ਇਹ ਖੁੱਲਣਗੇ ਲੋਕਡਾਊਨ, ਇਲੈਕਟਿਵ ਸਰਜਰੀਆਂ ਸਭ ਤੋਂ ਪਹਿਲਾਂ ਖੁੱਲਣਗੀਆਂ। ਦੂਜੀ ਗੱਲ ਹੈ ਵੀ ਉਹ ਸਾਰੇ ਪੇਸ਼ੈਂਟਸ ਦਾ ਜਿਹੜਾ ਹੈਗਾ ਕੋਵਿਡ ਟੈਸਟ ਕਰਨਾ ਪਊਗਾ, ਕਿਉਂਕਿ ਜਿਹੜਾ ਪੋਜ਼ਿਟਿਵ ਵਾਲਾ ਉਹ ਅਗਰ ਹਸਪੀਟਲ ਆਇਆ ਤਾਂ ਫੈਲਾ ਸਕਦਾ ਕਿਸੇ ਹੋਰ ਨੂੰ। ਸੋ ਇਹ ਰੈਪਿਡ ਜਿਹੜੀਆਂ ਫਾਸਟ ਜਿਹੜੀਆਂ ਹੈਗੀਆਂ, ਹੁਣ ਜਿਹੜਾ ਮਤਲਬ ਮੈਂ ਪਹਿਲਾਂ ਤੁਹਾਡੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਵੀ ਜਿਹੜਾ ਸਪਾਰਟਨ ਕਿਊਬ ਹੈਗਾ ਉਹ 30 ਮਿੰਟ 'ਚ ਵੀ ਹੁਣ ਕਰ ਸਕਦਾ, ਲੇਕਿਨ ਪਰ ਇੱਕ ਸੈਂਪਲ ਇੱਕ ਵਾਰੀ 'ਚ ਉੱਥੇ ਜਾਂਦਾ। ਦੂਜੀਆਂ ਮਸ਼ੀਨਾਂ ਜਿਹੜੀਆਂ 6 ਘੰਟੇ ਲਾਉਂਦੀਆਂ, 6 ਘੰਟੇ ਮਾੜੀ ਗੱਲ ਨਹੀਂ ਹੈਗੀ। ਅਗਰ ਉਹ ਵਿਅਕਤੀ ਦੀ ਸਰਜਰੀ ਹੈ, ਇਲੈਕਟਿਵ ਸਰਜਰੀ ਆ, ਅਗਰ ਉਹਨੇ 4-6 ਮਹੀਨੇ ਵੇਟ ਕੀਤਾ, ਇੱਕ ਦਿਨ ਪਹਿਲਾਂ ਟੈਸਟ ਕਰਾ ਸਕਦਾ ਤੇ ਸਰਜਰੀ ਵਾਲੇ ਦਿਨ ਤੋਂ ਪਹਿਲਾਂ ਰਿਪੋਰਟ ਆ ਸਕਦੀ ਆ। ਸੋ ਸਾਨੂੰ ਜਿਹੜੀ ਹੈਗੀ ਹੈ ਨਾ ਇਹਦੇ ਵਿੱਚ ਪ੍ਰਾਇੋਰਟਾਈਜੇਸ਼ਨ ਕਰਨੀ ਪੈਣੀ ਆ, ਸਾਨੂੰ ਲੌਜਿਕ ਤੇ ਦਿਮਾਗ ਵੀ ਇਸਤੇਮਾਲ ਕਰਨਾ ਪੈਣਾ, ਔਰ ਸਟੈਪ ਬਾय ਸਟੈਪ ਹਰ ਇੱਕ ਚੀਜ਼ ਖੁੱਲੂਗੀ। ਲੇਕਿਨ ਵਰਲਡ ਉੱਦਾਂ ਨਹੀਂ ਰਹੂਗੀ ਜਿੱਦਾਂ ਪਹਿਲਾਂ ਆਪਾਂ ਯੂਜ਼ਡ ਸੀ, ਜਿਹੜੇ ਆਪਾਂ ਫ੍ਰੀਲੀ ਬਿਨਾਂ ਕੋਈ ਝਿਜਕ ਦੇ ਆਉਂਦੇ ਜਾਂਦੇ ਸੀ, ਸਾਰਾ ਕੰਮ ਕਰਦੇ ਸੀ। ਵਰਲਡ ਬੜਾ ਡਿਫਰੈਂਟ ਹੋ ਜਾਣਾ ਐਟਲੀਸਟ ਆਉਣ ਵਾਲੇ 2-3 ਸਾਲ। ਉਹਦੇ ਬਾਅਦ ਪਰਮਾਤਮਾ ਕਿਰਪਾ ਕਰੇ ਵੀ ਵਰਲਡ ਪਹਿਲੀ ਜਿਹੀ ਹੋ ਜਾਏ, ਲੇਕਿਨ ਵਰਚੁਅਲ ਟੈਕਨੋਲੋਜੀ, ਵਰਚੁਅਲ ਗੱਲਾਂ, ਹੁਣ ਦੇਖੋ ਤੁਹਾਡੇ ਸਾਹਮਣੇ ਮੈਂ ਸਟੂਡੀਓ 'ਚ ਆਉਂਦਾ ਸੀ, ਅੱਜ ਵਰਚੁਅਲੀ ਅਸੀਂ ਕਰ ਰਹੇ। ਸੋ ਇਹ ਨੌਨ ਬਣ ਜਾਣਾ। ਮੈਂ ਵੀ ਅੱਧੇ ਤੋਂ ਜ਼ਿਆਦਾ ਪੇਸ਼ੈਂਟ ਘਰੋਂ ਦੇਖਦਾ ਵਰਚੁਅਲ ਟੈਕਨੋਲੋਜੀ ਦੇ ਨਾਲ, ਟੈਲੀ ਹੈਲਥ ਦੇ ਨਾਲ। ਸਾਡੇ ਕੋਲ ਸਪੈਸ਼ਲ ਪ੍ਰੋਗਰਾਮਸ ਹੈਗੇ ਆ, ਨਾਲੇ ਦੇਖੋ ਫੇਸ ਟਾਈਮ ਸਕਾਈਪ ਦੇ ਨਾਲ ਤੁਸੀਂ ਤੇ ਉੱਦਾਂ ਵੀ ਦੇਖ ਸਕਦੇ ਆ। ਸੋ ਟੈਕਨੋਲੋਜੀ ਇਜ਼ ਅਵੇਲੇਬਲ ਔਰ ਅਸੀਂ ਇਸ ਦਿਸ਼ਾ 'ਚ ਮੂਵ ਕਰਾਂਗੇ। ਜਿਹੜਾ ਨਾ ਐਂਟੀਬੋਡੀ ਟੈਸਟ ਹੈਗਾ, ਅਜੇ WHO ਨੇ ਉਹਨੂੰ ਮਾਨਤਾ ਨਹੀਂ ਦਿੱਤੀ, ਔਰ ਅਸੀਂ ਕੈਨੇਡਾ 'ਚ WHO ਨੂੰ ਫੋਲੋ ਕਰਦੇ ਆ। ਹਾਲਾਂਕਿ ਅਮਰੀਕਾ 'ਚ ਟਰੰਪ ਸਾਹਿਬ ਨੇ ਤੇ ਫੰਡਿੰਗ ਵੀ WHO ਤੋਂ ਘਟਾ ਦਿੱਤੀ,
ਉਹ ਆਪਣਾ ਸਿਸਟਮ ਜਿਹੜਾ ਹੈਗਾ ਫੋਲੋ ਕਰੇ। ਐਕਚੁਅਲੀ ਇੰਡੀਆ ਵੀ WHO ਨੂੰ ਨਹੀਂ ਫੋਲੋ ਕਰਦਾ, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੂੰ ਫੋਲੋ ਕਰਦੇ ਹੋ, ਹਨਾ, ਉਹਨਾਂ ਦੀ ਗਾਈਡਲਾਈਨਸ। ਸੋ ਅਸੀਂ WHO ਨੂੰ ਫੋਲੋ ਕਰਦੇ ਹਾਂ। WHO ਨੇ ਅਜੇ ਤੱਕ ਐਂਟੀਬੋਡੀ ਟੈਸਟ ਨੂੰ ਓਕੇ ਨਹੀਂ ਕੀਤਾ, ਕਿਉਂਕਿ ਕਹਿੰਦੇ ਸਾਨੂੰ ਹੋਰ ਰਿਸਰਚ ਚਾਹੀਦੀ ਹੈ, ਹੋਰ ਸਟੱਡੀ ਕਰਨੀ ਆ। ਲੇਕਿਨ ਇਵੈਂਚੁਅਲੀ ਐਂਟੀਬੋਡੀ ਟੈਸਟ ਆਊਗਾ। ਅਸੀਂ ਐਂਟੀਬੋਡੀ ਟੈਸਟ ਹੋਰ ਵਾਇਰਸ ਇਨਫੈਕਸ਼ਨ ਵਾਸਤੇ ਵੀ ਤੇ ਕਰਦੇ ਹੀ ਆ, ਜਿੱਦਾਂ ਕੋਈ ਹੈਪੇਟਾਈਟਿਸ B ਆ, C ਆ, A ਆ, ਵੈਰੀਸੈਲਾ ਆ ਵਗੈਰਾ। ਸੋ ਇਹਦਾ ਵੀ ਆਊਗਾ, ਕਿਉਂ ਨਹੀਂ ਆਊਗਾ? ਸੋ ਇਵੈਂਚੁਅਲੀ ਸਟੈਂਡਰਡਾਈਜ਼ ਚੀਜ਼ਾਂ ਹੋਣਗੀਆਂ। ਤੁਸੀਂ ਜਿਵੇਂ ਬੱਚਿਆਂ ਦੀ ਗੱਲ ਕੀਤੀ ਹੈਗੀ, ਤੇ ਬੱਚਿਆਂ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਲੱਛਣ ਹੈਗੇ ਆ, ਉਹ ਡਿਫਰੈਂਟ ਵੀ ਪਾਏ ਜਾ ਰਹੇ ਹੈਗੇ ਆ। ਟੋਜ਼, ਜਿਵੇਂ ਤੁਸੀਂ ਪਹਿਲਾਂ ਵੀ ਦੱਸ ਕੇ ਹਟੇ ਕਿ ਟੋਜ਼ ਜਿਹੜੇ ਉਹ ਬਲੂ ਕਲਰ ਦੇ ਹੋ ਰਹੇ ਨੇ, ਤੇ ਹੋਰ ਵੀ FDA ਵੱਲੋਂ ਹੋਰ ਲੱਛਣ ਜਿਹੜੇ ਆ ਦੱਸੇ ਗਏ ਆ ਕਿ ਕਰੋਨਾ ਵਾਇਰਸ ਪਹਿਲਾਂ ਤਾਂ ਸਿਰਫ ਇਹ ਸੀ ਕਿ ਗਲਾ ਖਰਾਬ ਹੋਏਗਾ ਤਾਂ ਹੀ ਹੋ ਸਕਦਾ, ਤੇ ਹੋਰ ਵੀ ਹੁਣ ਉਹਨਾਂ ਨੇ ਲੱਛਣ ਦੱਸੇ ਹੈਗੇ। ਉਹ ਕੀ ਨੇ, ਕੀ ਕੁਝ ਹੋਰ ਦੱਸਿਆ ਗਿਆ ਹੈਗਾ ਆ ਉਹਨਾਂ ਵੱਲੋਂ? ਦੇਖੋ, ਪਹਿਲੇ 3 ਮੇਨ ਲੱਛਣ ਸੀ ਵੀ ਤੁਹਾਨੂੰ ਬੁਖਾਰ ਬਹੁਤ ਜ਼ਿਆਦਾ ਚੜੂਗਾ, ਤੁਹਾਨੂੰ ਸੁੱਕੀ ਖੰਘ ਆਊਗੀ, ਤੇ ਹੋ ਸਕਦਾ ਸਾਹ ਚੜੇ। ਬਟ ਉਹਨਾਂ ਨੇ 6 ਜਿਹੜੇ ਲੱਛਣ ਨੇ ਕੁਝ ਦਿਨ ਪਹਿਲਾਂ ਐਡ ਕੀਤੇ ਸੈਂਟਰ ਫॉर ਡਿਜ਼ੀਜ਼ ਕੰਟਰੋਲ ਅਮਰੀਕਾ। ਉਹਨਾਂ ਨੇ ਕਿਹਾ ਵੀ ਹੋ ਸਕਦਾ ਤੁਹਾਨੂੰ ਕਾਂਬਾ ਲੱਗੇ, ਕਾਂਬਾ ਦੇ ਨਾਲ ਬੋਡੀ ਵੀ ਸ਼ੇਕ ਹੋਵੇ, ਸਿਰ ਦੁਖੇ, ਮਸਲਸ ਦੇ ਵਿੱਚ ਫਟੀਗ ਹੋਵੇ, ਏਦਾਂ ਲੱਗੇ ਵੀ ਤੁਹਾਡੀ ਹੱਡੀਆਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਹੀ ਆ, ਗਲੇ ਦੇ ਵਿੱਚ ਸੋਰ ਥਰੋਟ, ਫਿਰ ਤੁਹਾਡਾ ਜਿਹੜਾ ਨੱਕ ਦਾ ਸੁਗੰਧ ਤੇ ਜ਼ਬਾਨ ਦਾ ਟੇਸਟ ਆ ਉਹਦੇ ਵਿੱਚ ਵੀ ਜਿਹੜਾ ਹੈਗਾ ਕਟੌਤੀ ਹੋ ਜਾਏ। ਕਿਉਂਕਿ UK ਤੋਂ ਬਹੁਤ ਸਟੱਡੀ ਆਈ, ਇਹ ਵੀ ਨਿਊਯਾਰਕ ਤੋਂ ਆਈ, ਵੀ 80% ਕੋਵਿਡ ਵਾਲੇ ਵਿਅਕਤੀ ਆ, ਉਹ ਕਹਿੰਦੇ ਸਾਨੂੰ ਅਸੀਂ ਸੁੰਗੜੋਂ ਰਹਿ ਗਏ, ਸਾਨੂੰ ਕੋਈ ਸਮੈਲ ਕਰਨ 'ਚ ਸਾਨੂੰ ਕੁਛ ਨਹੀਂ ਆ ਰਿਹਾ, ਭਾਵੇਂ ਰੋਜ਼ ਦੇ ਫੁੱਲ ਪਾਏ ਹੋਣ, ਸਾਨੂੰ ਸੁਗੰਧ ਨਹੀਂ ਆ ਰਹੀ। ਔਰ ਸੇਮ ਥਿੰਗ ਵਿਦ ਟੇਸਟ ਆਲਸੋ ਉਹਨਾਂ ਦੇ ਅਫੈਕਟਡ ਹੋ ਗਏ ਸੀ। ਹੁਣ ਤੁਸੀਂ ਦੇਖੋ, ਜਿਹੜੀ ਸਾਡੀ ਨਾ 올ਫੈਕਟਰੀ ਨਰਵ ਹੈ, ਜਿਹੜੀ ਨੱਕ ਤੋਂ ਸਿਗਨਲ ਲੈ ਕੇ ਬ੍ਰੇਨ ਨੂੰ ਜਾਂਦੀ ਆ, ਉਹ ਨੱਕ ਦੇ ਪਿਛਲੇ ਹਿੱਸੇ 'ਚ ਆ। ਸੋ ਕਿਤੇ ਨਾ ਕਿਤੇ ਉਹ ਨਰਵ ਨੂੰ ਸੋਜ ਹੁੰਦੀ ਹੈ ਮੇਰੇ ਹਿਸਾਬ ਦੇ ਨਾਲ, ਅਜੇ ਰਿਸਰਚ ਨਹੀਂ ਆਈ। ਸੋ ਇਨਫਲੇਮੇਸ਼ਨ ਹੋ ਕੇ ਉਹ ਨਰਵ ਸਿਗਨਲ ਨਹੀਂ ਟਰਾਂਸਪੋਰਟ ਕਰ ਰਹੀ ਬ੍ਰੇਨ ਨੂੰ, ਇਸ ਲਈ ਉਹਨਾਂ ਨੂੰ ਟੈਂਪਰੇਰੀ ਲਾਸ ਹੁੰਦਾ, ਪਰਮਾਨੈਂਟ ਲਾਸ ਨਹੀਂ ਆ। ਬੱਚਿਆਂ ਦੇ ਵਿੱਚ ਜਿਹੜੀ ਸਟੱਡੀਜ਼ ਆਈ ਆ, ਅਗੇਨ ਸਾਡੇ ਕੋਲ ਇਟਲੀ ਤੋਂ ਆਈ ਆ ਜ਼ਿਆਦਾ, ਉੱਥੇ ਉਹਨਾਂ ਨੇ ਦੇਖਿਆ ਵੀ ਕਰੀਬਨ 18% ਬੱਚੇ ਜਿਨ੍ਹਾਂ ਨੂੰ ਕੋਵਿਡ ਹੋਇਆ, ਉਹਨਾਂ ਨੂੰ ਰੈਸ਼ਿਸ ਹੋ ਰਹੇ ਆ, ਔਰ ਖਾਸ ਕਰਕੇ ਜਿਹੜੇ ਪੈਰਾਂ ਦੇ ਉਂਗਲੀਆਂ, ਜਿਹਨੂੰ ਆਪਾਂ ਟੋਸ ਕਹਿੰਦੇ ਆ, ਉਹ ਨੀਲੀਆਂ ਪਰਪਲ ਰੰਗ ਦੀਆਂ, ਤੇ ਕਈਆਂ ਨੂੰ ਛਾਲੇ ਵੀ ਹੁੰਦੇ ਆ, ਕਈਆਂ ਨੂੰ ਹੱਥ 'ਚ ਵੀ ਰੈਸ਼ ਹੁੰਦੀ, ਕਈਆਂ ਨੂੰ ਜੀਭ 'ਚ ਰੈਸ਼ ਹੁੰਦੀ, ਕਈਆਂ ਨੂੰ ਅੱਖਾਂ ਵੀ ਲਾਲ ਹੁੰਦੀਆਂ। ਸੋ ਇਹ ਵਾਸਕੂਲਾਈਟਿਸ ਕਹਿੰਦੇ ਆ, ਵੀ ਜਿਹੜੀ ਬਲੱਡ ਵੈਸਲ ਹੈਗੀ ਆ ਨਾ, ਛੋਟੀਆਂ ਕੈਪਲਰੀਜ਼, ਉਹਦੇ ਸੋਜ ਹੋ ਕੇ ਇਨਫਲੇਮੇਸ਼ਨ ਹੋ ਕੇ ਏਦਾਂ ਹੋ ਰਿਹਾ। ਦੂਜਾ, ਜਿਹੜੀ ਵੇਨਸ ਬਲੱਡ ਲੈ ਕੇ ਜਾਂਦੀਆਂ, ਉਹ 'ਚ ਮਾਈਕਰੋਕਲੌਟਸ ਹੋ ਕੇ, ਇਸ ਲਈ ਉਹ ਜਿਹੜੇ ਨੀਲੇ ਟੋਸ ਹੋ ਰਹੇ ਆ, ਉਹਦੇ ਛਾਲੇ ਪੈ ਰਹੇ ਆ। ਜਿੱਦਾਂ ਨਹੀਂ ਆਪਾਂ ਬਾਹਰ ਚਲੇ ਜਾਈਏ -40 'ਚ ਤੇ ਫਰੋਸਟ ਬਾਈਟ ਹੋ ਜਾਂਦਾ, ਲਗਭਗ ਉਹ ਜਿਹੇ ਲੱਛਣ ਅਸੀਂ ਦੇਖ ਰਹੇ ਹਾਂ। ਦੂਜਾ, ਜਿਹੜਾ ਯੂਥ ਹੈਗਾ, ਉਹਦੇ ਵਿੱਚ ਬਹੁਤ ਸਾਰਾ ਆ ਰਿਹਾ ਵੀ ਉਹਨਾਂ ਨੂੰ ਟ੍ਰੈਡੀਸ਼ਨਲੀ ਇੰਨਾ ਸਾਰਾ ਹੁੰਦਾ ਨਹੀਂ ਆ, ਵੀ ਸਾਹ ਚੜਦਾ, ਖੰਘ, ਕਈਆਂ ਨੂੰ ਸਟ੍ਰੋਕ ਹੋ ਰਿਹਾ। ਅਗੇਨ, ਜਿਹੜਾ ਇਹ ਵਾਇਰਸ ਹੈ ਸਾਡੇ ਕਲੌਟਿੰਗ ਮੈਕੈਨਿਜ਼ਮ ਦੇ ਨਾਲ ਵੀ ਖਿਲਵਾੜ ਕਰ ਰਿਹਾ, ਤੇ ਬਲੱਡ ਵੈਸਲ ਦੇ ਵਿੱਚ ਮਾਈਕਰੋਕਲੌਟਸ ਕਰਕੇ ਜਿਹੜੀ ਬ੍ਰੇਨ ਨੂੰ ਬਲੱਡ ਵੈਸਲ ਸਪਲਾਈ ਜਾਂਦੀ ਹੈ, ਮਿਡਲ ਸੈਰੀਬਰਲ ਆਰਟਰੀ, ਉਹ 'ਚ ਕਲੌਟ ਪਾ ਕੇ ਤੇ ਅੱਗੇ ਬਲੱਡ ਨਹੀਂ ਜਾਊਗਾ ਬ੍ਰੇਨ ਨੂੰ, ਤੇ ਸਟ੍ਰੋਕ ਹੋਊਗਾ। ਸੋ ਸਟ੍ਰੋਕ ਐਕਚੁਅਲੀ ਬ੍ਰੇਨ ਦਾ ਹਾਰਟ ਅਟੈਕ ਹੈ। ਜਿੱਦਾਂ ਹਾਰਟ ਅਟੈਕ ਹੁੰਦਾ ਕਿਉਂਕਿ ਕੋਰੋਨਰੀ ਆਰਟਰੀਜ਼ ਹਾਰਟ ਦੇ ਇਰਦ ਗਿਰਦ ਉਹ ਟਾਈਟ ਹੁੰਦੀਆਂ, ਇੱਕ ਸਮਾਂ ਏਦਾਂ ਹੁੰਦਾ ਵੀ ਉਹ ਬਲੱਡ ਸਪਲਾਈ ਨਹੀਂ ਕਰ ਪਾਉਂਦੀ ਆ ਹਾਰਟ ਦੇ ਮਸਲ ਨੂੰ, ਉਦਾਂ ਬ੍ਰੇਨ ਨੂੰ ਜਦੋਂ ਬਲੱਡ ਨਾ ਮਿਲੇ ਤੇ ਉਹਨੂੰ ਸਟ੍ਰੋਕ ਕਹਿੰਦੇ ਆ। ਬੜਾ ਈਜ਼ੀ ਆ, FAST, ਵੀ ਤੁਹਾਡਾ ਫੇਸ ਡਰੂਪ ਹੋਣਾ, ਇਹ ਆ ਮਤਲਬ ਵੀ ਜਿਹੜਾ ਹੈਗਾ ਤੁਹਾਡਾ ਆਰਮਸ ਜਿਹੜੇ ਹੈਗੇ ਉੱਤੇ ਰਹੋ ਤੇ ਥੱਲੇ ਡਿੱਗ ਜਾਂਦੇ ਆ। S ਮੀਨ ਸਪੀਚ ਤੁਹਾਡੀ ਖਰਬੜੀ ਹੋ ਗਈ, ਤੁਸੀਂ ਬੋਲਦੇ ਹੋ ਕੁਛ ਹੋ, ਅਗਲੇ ਨੂੰ ਸਮਝ ਨਹੀਂ ਆਉਂਦੀ, ਤੁਸੀਂ ਆਪਣੇ ਵੱਲੋਂ ਤਾਂ ਸਹੀ ਬੋਲ ਰਹੇ ਹੋ ਲੇਕਿਨ ਖਰਬੜੀ। ਤੇ T ਮੀਨਸ ਟਾਈਮ, ਤੁਹਾਡੇ ਕੋਲ ਟਾਈਮ ਬਹੁਤ ਘੱਟ ਆ, ਰਸ਼ ਟੂ ਹਸਪੀਟਲ, 911 ਕਾਲ ਕਰੋ ਜਾਂ ਦੌੜੋ ਹਸਪੀਟਲ, ਕਿਉਂਕਿ ਅਗਰ ਉਹ ਸਹੀ ਟਾਈਮ ਤੇ ਤੁਹਾਨੂੰ ਕਲੌਟ ਨੂੰ ਡਿਜ਼ੋਲਵ ਕਰਨ ਵਾਲੀ ਦਵਾਈਆਂ ਦੇਣਗੇ ਤੇ ਬਲੱਡ ਸਪਲਾਈ ਜਿਹੜਾ ਹੈਗਾ ਉਹ ਨਿਯੁਕਤ ਕੀਤਾ ਜਾ ਸਕਦਾ, ਤੁਹਾਡੇ ਨਿਊਰੋਨਸ ਬਚਾਏ ਜਾ ਸਕਦੇ ਆ। FAST, ਤੁਸੀਂ ਹਾਰਟ ਐਂਡ ਸਟ੍ਰੋਕ ਫਾਊਂਡੇਸ਼ਨ ਸਾਈਟ 'ਚ ਵੀ ਜਾ ਕੇ ਉਹ ਸਾਰਾ ਐਕਰੋਨਿਮ ਪੜ੍ਹ ਸਕਦੇ ਹੋ। ਜੀ, ਡਾਕਟਰ ਗੁਰਜੀ, ਜਿਵੇਂ ਤੁਸੀਂ ਦੱਸਿਆ ਕਿ ਡਿਫਰੈਂਟ ਲੱਛਣ ਜਿਹੜੇ ਹੈਗੇ ਕਰੋਨਾ ਵਾਇਰਸ ਦੇ ਪਾਏ ਜਾ ਰਹੇ ਹੈਗੇ ਆ, ਸੋ ਸਾਨੂੰ ਕੁਝ ਨਹੀਂ ਕਰਨਾ, ਸਿਰਫ ਇਹੀ ਕਰਨਾ ਕਿ ਗਾਈਡਲਾਈਨਸ ਫੋਲੋ ਕਰਨੀਆਂ ਨੇ, ਫਿਜ਼ੀਕਲ ਡਿਸਟੈਂਸ ਬਣਾ ਕੇ ਰੱਖਣਾ ਤੇ ਆਪਣੇ ਆਪ ਨੂੰ ਹੈਲਥੀ ਰੱਖਣਾ ਆ। ਸੋ ਤਾਂ ਹੀ ਅਸੀਂ ਕਰੋਨਾ ਵਾਇਰਸ ਤੋਂ ਜਿਹੜਾ ਬਚ ਸਕਦੇ ਹਾਂ। ਹੋਰ ਵੀ ਕੁਐਸਚਨ ਹੈਗੇ, ਉਹਨਾਂ ਬਾਰੇ ਡਿਸਕਸ ਕਰਾਂਗੇ, ਪਰ ਬ੍ਰੇਕ ਦੇ ਲਈ ਰੁਕਦੇ ਹਾਂ ਤੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਜ਼ਰੂਰ ਜੀ।
YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ। Welcome back after a short break. You are watching Saਂਝਾ TV ਤੇ ਅੱਜ ਸਾਂਝਾ TV ਉੱਤੇ ਗੱਲਬਾਤ ਹੋ ਰਹੀ ਹੈ ਡਾਕਟਰ ਪ੍ਰਗਟ ਸਿੰਘ ਪੁਰਜੀ ਦੇ ਨਾਲ। ਸੋ ਡਾਕਟਰ ਪੁਰਜੀ, ਜਿਵੇਂ ਆਪਾਂ ਗੱਲ ਕੀਤੀ ਕਿ ਕਰੋਨਾ ਵਾਇਰਸ ਦੇ ਲੱਛਣ ਜਿਹੜੇ ਅਲੱਗ-ਅਲੱਗ ਆ ਰਹੇ ਹੈਗੇ ਆ, ਅਲੱਗ-ਅਲੱਗ ਚੀਜ਼ਾਂ ਸਾਹਮਣੇ ਆ ਰਹੀਆਂ ਹੈਗੀਆਂ, ਬੱਚਿਆਂ ਦੇ ਵਿੱਚ ਡਿਫਰੈਂਟ ਜਿਹੜਾ ਹੈਗਾ ਉਹ ਪਾਇਆ ਜਾ ਰਹੇ ਹੈਗੇ ਆ ਲੱਛਣ, ਤੇ ਨਾਲ-ਨਾਲ ਹੁਣ ਡਾਕਟਰਸ ਜਿਹੜੇ ਨੇ ਉਹ ਵੀ ਹੁਣ ਜਿਵੇਂ ਅਸੀਂ ਸਟ੍ਰੈਸ 'ਚ ਹੈਗੇ ਆ, ਡਾਕਟਰ ਵੀ ਸਟ੍ਰੈਸ ਦੇ ਵਿੱਚ ਹੈਗੇ ਆ। ਕੱਲ ਅਸੀਂ ਇਹ ਨਿਊਜ਼ ਸੁਣੀ ਹੈਗੀ ਹੈ ਕਿ ਇੱਕ ਟਾਪ ਡਾਕਟਰ ਅਮਰੀਕਾ ਦੇ ਵਿੱਚ, ਨਿਊਯਾਰਕ ਦੇ ਵਿੱਚ, ਉਹਨਾਂ ਨੇ ਸੁਸਾਈਡ ਕਰ ਲਿਆ ਹੈਗਾ ਆ। ਸੋ ਇਦਾਂ ਦੀਆਂ ਜੋ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉਹ ਵੀ ਇੱਕ ਨਾ ਆਪਾਂ ਨੂੰ ਕਹਿ ਸਕਦੇ ਹਾਂ ਕਿ ਹੈਰਾਨ ਕਰਨ ਵਾਲੀਆਂ ਨੇ ਕਿ ਕੀ ਹੋ ਰਿਹਾ ਹੈ ਦੁਨੀਆ ਦੇ ਵਿੱਚ। ਪਹਿਲੀ ਗੱਲ ਤੇ ਬਹੁਤ ਅਨਫੋਰਚੂਨੇਟ ਆ, ਭਾਵੇਂ ਡਾਕਟਰ ਲੋਰਨਾ ਬ੍ਰੀਨ ਨੇ ਸੁਸਾਈਡ ਕੀਤੀ ਆ, 49 ਇਅਰਸ 올ਡ, 2 ਬੱਚਿਆਂ ਦੀ ਮਾਂ, ਹੈਡ ਆਫ ਐਮਰਜੈਂਸੀ ਡਿਪਾਰਟਮੈਂਟ। ਉਹ ਫਿਰ ਵੀ ਅਸੀਂ ਕਵਾਂਗੇ ਵੀ ਉਹ ਹੀਰੋ ਆ, ਕਿਉਂਕਿ ਉਹਨਾਂ ਨੇ ਨਿਊਯਾਰਕ ਦੇ ਵਿੱਚ ਇੰਨੇ ਸਾਰੇ ਕੋਵਿਡ ਵਿਅਕਤੀਆਂ ਦੀ ਸੇਵਾ ਕੀਤੀ। ਆਪ ਉਹਨਾਂ ਨੂੰ ਕੋਵਿਡ ਹੋ ਚੁੱਕਿਆ ਸੀ, ਉਹਦੇ ਬਾਅਦ ਹਾਫਵੇ ਰਿਕਵਰੀ ਚੋਂ ਫਿਰ ਕਹਿੰਦੇ ਮੈਂ ਡਿਊਟੀ 'ਚ ਜਾ ਕੇ ਕੰਮ ਕਰਨਾ। ਫਿਰ ਉਹਨਾਂ ਨੂੰ ਕਿਹਾ ਵੀ ਨਹੀਂ, ਤੁਸੀਂ ਥੋੜੀ ਜਿਹੀ ਆਪਣੀ ਸਿਹਤ ਵੱਲ ਧਿਆਨ ਦਿਓ। ਸੋ ਇਹ ਕੁਛ ਇਹਨਾਂ ਨੂੰ ਪਹਿਲੋਂ ਕੋਈ ਵੀ ਮੈਂਟਲ ਹੈਲਥ ਇਸ਼ੂ ਨਹੀਂ ਸੀ, ਕੋਈ ਡਿਪਰੈਸ਼ਨ ਨਹੀਂ ਸੀ, ਕੁਛ ਨਹੀਂ ਸੀ। ਇਹਨਾਂ ਦੇ ਪਿਤਾ ਜੀ ਵੀ ਫਿਜ਼ੀਸ਼ੀਅਨ ਹੈਗੇ ਆ, ਔਰ ਇਹ ਕੰਡੀਸ਼ਨ ਅਸੀਂ ਦੇਖਦੇ ਹਾਂ ਮੋਸਟਲੀ ਜਿਹੜੇ ਸੋਲਜਰਸ ਜਦੋਂ ਲੜਾਈ ਜੰਗ ਤੋਂ ਆਉਂਦੇ ਆ, ਕਈ ਵਾਰ ਉਹਨਾਂ 'ਚ ਵੀ ਅਸੀਂ ਪਾਈ ਜਾਂਦੇ ਹਾਂ। ਇਹਨੂੰ ਕਹਿੰਦੇ ਆ PTSD, ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ। ਵੀ ਅਗਰ ਤੁਸੀਂ ਆਪਣੀ ਜ਼ਿੰਦਗੀ 'ਚ ਇਹੋ ਜਿਹਾ ਕੋਈ ਸਦਮਾ ਦੇਖਿਆ, ਉਸ ਤੋਂ ਬਾਅਦ ਤੁਹਾਡੇ ਬ੍ਰੇਨ ਦੀ ਜਿਹੜੀ ਹੈਗੀ ਆ ਓਵਰਆਲ ਕੈਮਿਸਟਰੀ ਆ ਉਹ ਚੇਂਜ ਹੋਣੀ ਸ਼ੁਰੂ ਹੋ ਜਾਂਦੀ। ਕੁਛ ਵਿਅਕਤੀਆਂ ਦੇ ਵਿੱਚ, ਸਾਰਿਆਂ 'ਚ ਨਹੀਂ ਹੁੰਦੇ, 5% ਲੋਕਾਂ 'ਚ ਅਸੀਂ ਦੇਖਦੇ ਹਾਂ। ਕਿਉਂਕਿ ਉਹ ਉਹਨਾਂ ਦਾ ਆਪਣੇ ਪਿਤਾ ਜੀ ਦੇ ਨਾਲ ਜਦੋਂ ਸੰਪਰਕ ਕਰਦੇ ਸੀ, ਡੇਟਾ ਉੱਥੋਂ ਆ ਰਿਹਾ, ਉਹ ਕਹਿੰਦੇ ਸੀ ਵੀ ਮੈਂ ਜਿਹੜਾ ਪੇਸ਼ੈਂਟ ਆ ਗਿਆ ਐਮਰਜੈਂਸੀ, ਚਲੋ ਉਹ ਤੇ ਠੀਕ ਆ, ਲੇਕਿਨ ਕਈ ਐਂਬੂਲੈਂਸ ਤੋਂ ਐਮਰਜੈਂਸੀ ਵਾਰਡ ਤੱਕ ਅੱਪੜਦੇ ਵੀ ਮਰ ਜਾਂਦੇ ਸੀ। ਸੋ ਉਹਨਾਂ ਨੂੰ ਉਹ ਜਿਹੜਾ ਬਹੁਤ ਹਰਟ ਹੁੰਦਾ ਸੀ ਵੀ ਬੰਦਾ ਐਮਰਜੈਂਸੀ ਵਾਰਡ ਤੱਕ ਬਿਲਕੁਲ ਬਾਹਰ ਆ ਗਿਆ, ਲੇਕਿਨ ਕਿਉਂਕਿ ਜਿਹੜਾ ਨਾ ਸਾਡਾ ਪੈਸ਼ਨ ਹੁੰਦਾ ਹਰ ਇੱਕ ਡਾਕਟਰ ਦਾ ਵੀ ਜਿੰਨਾ ਮਰਜ਼ੀ ਕੋਈ ਵੀ ਮਤਲਬ ਸਿੱਖੋ, ਅਸੀਂ ਪੂਰੀ ਵਾਹ ਲਾਉਂਦੇ ਹਾਂ ਵੀ ਉਹ ਬਚ ਜਾਵੇ, ਕਿਉਂਕਿ ਸਾਡੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਅਗਰ ਜਿਹੜਾ ਵਿਅਕਤੀ ਆ ਬਚ ਜਾਵੇ। ਸੋ ਉਹਨਾਂ ਨੂੰ ਉਹ ਚੀਜ਼ ਹਰਟ ਹੁੰਦੀ ਸੀ। ਕਿਤੇ ਨਾ ਕਿਤੇ ਅਸੀਂ ਵੀ ਹਿਊਮਨ ਬੀਇੰਗ ਆ, ਅਸੀਂ ਮਸ਼ੀਨਾਂ ਨਹੀਂ ਆ, ਸਾਡੇ ਇਮੋਸ਼ਨਸ ਆ, ਭਾਵਨਾਵਾਂ ਹੈਗੀਆਂ। ਸੋ ਇਹਦੇ ਤੋਂ ਇਸ ਤੋਂ ਇੱਕ ਗੱਲ ਸਾਹਮਣੇ ਆਉਂਦੀ ਆ ਵੀ ਜਿੱਥੇ ਕੋਵਿਡ ਸਾਡੇ ਸਰੀਰ ਨੂੰ ਹੈਡ ਟੂ ਟੋ ਹੁਣ ਅਫੈਕਟ ਕਰ ਰਿਹਾ ਸੀ, ਕਿਆ ਸਟ੍ਰੋਕ, ਕਿਆ ਅਸੀਂ ਕਿਹਾ ਵੀ ਲੰਗਸ ਨੂੰ, ਹਾਰਟ ਨੂੰ, ਕਿਡਨੀਜ਼ ਨੂੰ, ਸਟਮਕ ਨੂੰ, ਸਕਿਨ ਨੂੰ, ਬਲੱਡ ਵੈਸਲ ਨੂੰ, ਸਾਡੇ ਕਲੌਟਿੰਗ ਨੂੰ, ਨਾਲ ਸਾਡੇ ਮਨ ਨੂੰ ਵੀ ਅਫੈਕਟ ਕਰ ਰਿਹਾ, ਸਾਡੀ ਇਕੋਨਮੀ ਨੂੰ ਅਫੈਕਟ ਕਰ ਰਿਹਾ, ਸਾਡੇ ਸੋਸ਼ਲ ਇੰਟਰੈਕਸ਼ਨ ਨੂੰ ਅਫੈਕਟ ਕਰ ਰਿਹਾ, ਸਾਡੇ ਪ੍ਰੋਡਕਸ਼ਨ ਨੂੰ, ਸਾਡੇ ਪੋਲਿਟਿਕਸ ਨੂੰ, ਸਾਡੇ ਪੂਰੇ ਇੱਕ ਡਾਇਮੈਂਸ਼ਨ ਨੂੰ ਅਫੈਕਟ ਕਰ ਰਿਹਾ। ਔਰ ਇਹ ਜਿਹੜਾ ਹੈਗਾ ਕਿਉਂ ਹੋਇਆ, ਇਹਦਾ ਕੋਈ ਆਨਸਰ ਨਹੀਂ ਦੇ ਸਕਦਾ। ਅਸੀਂ ਕਹਿੰਦੇ ਆ ਵੀ ਜਾਨਵਰਾਂ ਤੋਂ ਜੰਪ ਹੋਇਆ, ਲੇਕਿਨ ਕਿਉਂ ਜੰਪ ਹੋਇਆ ਇਹ ਕੋਈ ਨਹੀਂ ਆਨਸਰ ਦੇ ਸਕਦਾ। ਕਦੋਂ ਫਿਨਿਸ਼ ਹੋਣਾ ਇਹਦਾ ਵੀ ਨਹੀਂ ਪਤਾ, ਲੇਕਿਨ ਜ਼ਰੂਰ ਇਹਦੇ ਉੱਤੇ ਵੈਕਸੀਨ ਵਾਸਤੇ 80 ਤੋਂ ਜ਼ਿਆਦਾ ਟਰਾਇਲਸ ਜਾਰੀ ਆ। ਔਰ ਵੈਕਸੀਨ ਜਿਹੜਾ ਹੈਗਾ ਜਦੋਂ ਆਊਗਾ ਉਦੋਂ ਸਾਰਿਆਂ ਨੂੰ ਥੋੜੀ ਰਾਹਤ ਮਿਲੇਗੀ। ਇੱਕ ਮੂਵੀ ਆ 2011 ਚ ਆਈ ਸੀ, ਕੰਟੇਜੀਅਨ, ਉਹ ਬਹੁਤ ਜ਼ਿਆਦਾ ਨੈਟਫਲਿਕਸ 'ਚ ਦੇਖੀ ਜਾ ਰਹੀ ਹੈ। ਲਗਭਗ ਸਿਮਿਲਰ ਸਟੋਰੀ ਆ, ਲੇਕਿਨ ਉਦੋਂ ਕੋਵਿਡ ਦੀ ਕੋਈ ਗੱਲ ਨਹੀਂ ਸੀ, ਉਦੋਂ ਵੀ ਇੱਕ ਵਾਇਰਸ ਹੀ ਹਾਂਗਕਾਂਗ ਤੋਂ ਤੁਰ ਕੇ ਆਉਂਦਾ ਤੇ ਲਾਸਟ 'ਚ ਵੈਕਸੀਨ ਬਣਦੀ ਆ। ਸੋ ਕਹਿਣ ਦਾ ਮਨੋਰਥ ਹੈਗਾ ਵੀ ਇਹ ਬਹੁਤ ਹੀ ਇਹਦਾ ਡੋਮੀਨੋ ਇਫੈਕਟ ਹੈਗਾ। ਜਿਹੜੇ ਫਰੰਟ ਲਾਈਨ 'ਚ ਕੰਮ ਕਰ ਰਹੇ ਆ, ਜਿਹੜੇ ਡਾਕਟਰਸ ਆ, ਨਰਸਿਸ ਆ, ਜੋ ਵੀ ਆ, ਰੈਸਪੀਰੇਟਰੀ ਥੈਰੇਪਿਸਟ, ਜੋ ਵੀ, ਉਹਨਾਂ ਨੂੰ ਪਹਿਲੀ ਗੱਲ ਤਾਂ ਸ਼ਿਫਟਾਂ ਬਹੁਤ ਲੰਬੀਆਂ ਹੁੰਦੀਆਂ, 12 ਤੋਂ 16 ਘੰਟੇ। ਮੇਰੀ ਡਾਕਟਰ ਨਿਊਯਾਰਕ 'ਚ ਆ, ਉਹ 16 ਘੰਟੇ ਦੀ ਸ਼ਿਫਟ ਕਰਦੀ ਰਹੀ। ਤੇ ਕਈ ਵਾਰ ਕਈ ਪੇਸ਼ੈਂਟਸ ਜਦੋਂ ਗੁਜ਼ਰ ਜਾਂਦੇ ਆ ਤੇ ਫਿਰ ਅਸੀਂ ਫੇਸ ਟਾਈਮ ਤੇ ਗੱਲ ਕਰਦੇ, ਫਿਰ ਉਹ ਰੋਂਦੇ ਸੀ। ਜਦੋਂ ਰੋ ਲਈਏ ਤੇ ਸਾਡਾ ਜਿਹੜਾ ਹੈਗਾ ਨਾ ਅੰਦਰਲਾ ਦੁੱਖ ਹੈਗਾ ਨਿਕਲ ਜਾਂਦਾ। ਮੈਂ ਨਾ ਇੱਥੇ ਆਡੀਅנס ਨੂੰ ਤੁਹਾਨੂੰ ਵੀ ਦੱਸਣਾ ਚਾਹੁੰਦਾ, ਰਿਸਰਚ ਹੋਈ ਆ, ਜਦੋਂ ਅਸੀਂ ਕਹਿੰਦੇ ਨਾ ਜਦੋਂ ਅਸੀਂ ਖੁਸ਼ ਹੋਈਏ ਉਦੋਂ ਵੀ 1-2 ਆਂਸੂ ਆ ਜਾਂਦੇ ਆ ਨਾ, ਜਦੋਂ ਅਸੀਂ ਦੁਖੀ ਹੋਈਏ ਉਦੋਂ ਵੀ ਆਂਸੂ ਆਉਂਦੇ ਆ, ਲੇਕਿਨ ਦੋਵਾਂ ਦੀ ਕੈਮੀਕਲ ਕੰਪੋਜੀਸ਼ਨ ਡਿਫਰੈਂਟ ਹੁੰਦੀ ਹੈ। ਜਦੋਂ ਅਸੀਂ ਖੁਸ਼ੀ ਦੇ ਜਿਹੜੇ ਆਂਸੂ ਆ ਨਾ, ਉਹਦਾ ਕੈਮੀਕਲ ਜਿਹੜਾ ਐਨਾਲਿਸਿਸ ਹੈ ਉਹ ਡੋਪਾਮਾਈਨ ਹੋਊਗਾ, ਸੈਰੋਟੋਨਿਨ ਹੋਏਗਾ, ਆਕਸੀਟੋਸਿਨ ਹੋਊਗਾ। ਜਿਹੜੇ ਦੁੱਖ ਦੇ ਜਿਹੜੇ ਆਂਸੂ ਆ ਉਹਦਾ ਕੈਮੀਕਲ ਕੰਪੋਜੀਸ਼ਨ ਲਾਈਸੋਜ਼ਾਈਮ ਹੋਏਗਾ, ਐਡਰੀਨਲਿਨ ਹੋਏਗਾ। ਨੋ, ਐਕਚੁਅਲੀ ਉਹ ਬੋਡੀ ਤੁਹਾਡੇ ਮਨ ਨੂੰ ਧੋ ਰਹੀ ਹੁੰਦੀ ਹੈ।
ਸੋ ਐਕਚੁਅਲੀ ਰੋਣਾ ਜਿਹੜਾ ਹੈਗਾ ਉਹ ਪਾਰਟ ਆਫ ਥੈਰੇਪੀ ਆ। ਔਰ ਜਦੋਂ ਅਗਰ ਕੋਈ ਵੀ ਦਰਖਤ ਆ ਤੁਸੀਂ ਉਦੋਂ ਸੇਬ ਜਾਂ ਅਮਰੂਦ ਤੋੜੋਗੇ ਤਾਂ ਪਾਣੀ ਤਾਂ ਉੱਥੋਂ ਵੀ ਸਿਮਦਾ ਆ ਨਾ। ਸੋ ਇਟਸ ਅ ਪਾਰਟ ਆਫ ਨੇਚਰ। ਸੋ ਇਹ ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਆ, ਉਹਨਾਂ ਨੂੰ ਜੱਫੀ ਮਤਲਬ ਵੀ ਅਸੀਂ ਫਿਜ਼ੀਕਲੀ ਜੱਫੀ ਤਾਂ ਨਹੀਂ ਪਾ ਸਕਦੇ, ਇੱਕ ਗੱਲ ਵਕੜੀ ਸਪਿਰਿਚੁਅਲ ਜਾਂ ਵਰਚੁਅਲ ਉਹਨਾਂ ਨੂੰ ਗੱਲ ਵਕੜੀ ਦੀ ਲੈਣ ਦੀ ਲੋੜ ਹੈ, ਉਹਨਾਂ ਨੂੰ ਆਪਣੀ ਭਾਵਨਾਵਾਂ ਕਹਿਣ ਦੀ ਲੋੜ ਹੈ, ਉਹਨਾਂ ਨੂੰ ਥੈਰੇਪੀ ਦੀ ਲੋੜ ਹੈਗੀ ਆ। ਔਰ ਇਹ ਵੀ ਬਹੁਤ ਵੱਡਾ ਇੱਕ ਦੁਖਾਂਤ ਹੈ ਵੀ ਇੱਕ ਸੈਕਿੰਡ ਵੇਵ ਆਊਗਾ। ਕੈਨੇਡਾ 'ਚ 48% ਲੋਕਾਂ ਨੇ ਕਿਹਾ ਵੀ ਉਹਨਾਂ ਨੂੰ ਚਿੰਤਾ ਹੋਈ ਆ, ਨੀਂਦ ਨਹੀਂ ਆਉਂਦੀ, ਲੋ ਫੀਲ ਕਰ ਰਿਹਾ, ਡਿਪਰੈਸ ਫੀਲ ਕਰ ਰਿਹਾ। ਅੱਧਾ ਪੋਪੂਲੇਸ਼ਨ ਜਿਹੜਾ ਹੈਗਾ ਦੇਖ ਲਓ ਉਹਨਾਂ ਦਾ ਮਾਈਂਡ ਜਿਹੜਾ ਹੈਗਾ ਕੋਵਿਡ ਨੇ ਅਫੈਕਟ ਕੀਤਾ। ਸੋ ਅਸੀਂ ਇਹਨਾਂ ਚਾਹੁੰਦੇ ਹਾਂ ਵੀ ਪ੍ਰੀਵੈਂਟਿਵ ਮੈਜਰਸ ਲੈ ਕੇ ਆਏ ਜਾਣ ਔਰ ਉਹ ਪੁੱਟ ਇਨ ਪਲੇਸ ਹੋਣ ਤਾਂ ਕਿ ਲੋਕਾਂ ਨੂੰ ਇਸ ਦੌਰਾਨ ਤੋਂ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਤੋਂ ਨਾ ਲੰਘਣਾ ਪਵੇ। ਤੁਸੀਂ ਸਹੀ ਕਿਹਾ, ਸਾਨੂੰ ਕਰੋਨਾ ਵਾਇਰਸ ਨੇ ਇੱਕ ਅਜੀਬ ਜੀ ਸਿਚੁਏਸ਼ਨ 'ਚ ਲਿਆ ਕੇ ਰੱਖ ਦਿੱਤਾ ਹੈਗਾ ਆ। ਅਸੀਂ ਸਭ ਕੁਝ ਭੁੱਲ ਗਏ ਹੈਗੇ ਆ, ਵੱਡੀਆਂ ਵੱਡੀਆਂ ਜੰਗ ਵਾਰ ਜੋ ਹੋ ਰਹੀਆਂ ਸੀ ਉਹ ਟਲ ਗਈਆਂ ਨੇ, ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਅਸੀਂ ਭੁੱਲ ਗਏ ਹੈਗੇ ਆ, ਵੱਡੀਆਂ ਵੱਡੀਆਂ ਚੀਜ਼ਾਂ ਹੋ ਰਹੀਆਂ ਸੀਗੀਆਂ ਪੋਲੀਟੀਕਲ ਦੇ ਵਿੱਚ, ਪੋਲੀਟਿਕਸ ਦੇ ਵਿੱਚ ਕਿੰਨਾ ਕੁਝ ਹੋ ਰਿਹਾ ਸੀਗਾ, ਕਿੰਨਾ ਕੁਝ ਸਾਡੀ ਨੋਰਮਲ ਲਾਈਫ ਦੇ ਵਿੱਚ ਹੋ ਰਿਹਾ ਸੀਗਾ। ਪਰ ਅਸੀਂ ਸਭ ਕੁਝ ਤੇ ਫੁੱਲ ਸਟਾਪ ਲਗਾ ਕੇ ਹੁਣ ਸਾਡਾ ਧਿਆਨ ਕੋਵਿਡ-19 ਵੱਲ ਚੱਲ ਗਿਆ ਤੇ ਕੋਵਿਡ-19 ਦੇ ਵੈਕਸੀਨ ਵੀ ਬਣਨੇ ਜਿਹੜੇ ਸ਼ੁਰੂ ਹੋ ਗਏ ਨੇ, ਟ੍ਰਾਇਲ ਵੀ ਸ਼ੁਰੂ ਹੋ ਗਏ ਨੇ। ਯੂਕੇ ਦੇ ਵਿੱਚ ਵੀ ਟ੍ਰਾਇਲ ਹੋਇਆ ਪਿਛਲੇ ਹਫਤੇ ਦੇ ਵਿੱਚ ਤੇ ਹੁਣ ਇੰਡੀਆ ਦੇ ਵਿੱਚ ਵੀ ਤਿਆਰੀ ਹੋ ਰਹੀ ਆ। ਕੀ ਲੱਗਦਾ ਹੈਗਾ ਕਿ ਇੰਡੀਆ ਤੋਂ ਕੁਝ ਚੰਗੀ ਖਬਰ ਨਿਕਲ ਕੇ ਬਾਹਰ ਆਏਗੀ ਜਿਹੜਾ ਇੰਡੀਆ ਦੇ ਵਿੱਚ ਸ਼ੁਰੂ ਉਹਦੇ ਤੇ ਖੋਜ ਕੀਤੀ ਜਾ ਰਹੀ ਹੈ? ਦੇਖੋ ਈਵਨ ਕੋਵਿਡ-19 ਤੋਂ ਪਹਿਲਾਂ ਜਿਹੜੀਆਂ 70% ਵੈਕਸੀਨਸ ਹੈਗੀਆਂ ਹਿੰਦੁਸਤਾਨ 'ਚ ਮੈਨੂਫੈਕਚਰ ਹੁੰਦੀਆਂ। ਹਾਲਾਂਕਿ ਉਹਨਾਂ ਦੀ ਰਿਸਰਚ ਜਿੱਥੇ ਮਰਜ਼ੀ ਹੋਏ, ਹਿੰਦੁਸਤਾਨ ਦੀ ਜਿਹੜੀ ਬਾਇਓਟੈਕ ਇੰਡਸਟਰੀ ਆ ਇਸ ਵੇਲੇ ਬਹੁਤ ਸਟਰੋਂਗ ਹੈ। ਸਾਡੀ ਫੈਮਿਲੀ ਕੰਸਟਰਕਸ਼ਨ 'ਚ ਇਨਵੋਲਵ ਆ। ਅਸੀਂ ਹਜ਼ਾਰਾਂ ਫੈਕਟਰੀ ਬਣਾਈਆਂ ਗੁਜਰਾਤ 'ਚ, ਮਹਾਰਾਸ਼ਟਰ 'ਚ, ਜਿਹਦੇ ਵਿੱਚ ਕੈਮੀਕਲ ਇੰਡਸਟਰੀ, ਫਾਰਮਾਸਿਊਟੀਕਲ ਔਰ ਬਾਇਓਟੈਕਨੀਕਲ ਇੰਡਸਟਰੀ ਜਿਹੜੀ ਹੈਗੀ ਫੋਰਨ ਕੋਲੈਬੋਰੇਸ਼ਨ ਵਾਲੀਆਂ ਉੱਥੇ ਐਸਟੈਬਲਿਸ਼ਡ ਹੈਗੀਆਂ। ਸਭ ਤੋਂ ਵੱਡਾ ਜਿਹੜਾ ਹੈਗਾ ਸੀਰਮ ਇੰਸਟੀਚਿਊਟ ਆਫ ਇੰਡੀਆ ਉਹ ਪੂਨੇ ਹੈਗਾ ਔਰ ਉਹ 1.5 ਬਿਲੀਅਨ ਡੋਸਿਸ ਆਫ ਵੈਕਸੀਨ ਇੱਕ ਸਾਲ 'ਚ ਤਿਆਰ ਕਰ ਸਕਦਾ, ਇੰਨੀ ਕੈਪੈਸਿਟੀ ਹੈਗੀ ਉਹਦੇ ਕੋਲ। ਹਾਲਾਂਕਿ ਰਿਸਰਚ ਭਾਵੇਂ ਆਕਸਫੋਰਡ ਹੋਵੇ, ਉਹਨਾਂ ਦੀ 2 ਬ੍ਰਾਂਚਿਸ ਹੈਗੀਆਂ, ਇੱਕ ਨੀਦਰਲੈਂਡ ਹੈਗੀ ਆ, ਇੱਕ ਦੂਜੇ ਯੂਰਪ ਦੇ ਏਰੀਆ 'ਚ ਮੈਨੂੰ ਪਤਾ ਨਹੀਂ। ਆਕਸਫੋਰਡ ਦੇ ਵਿੱਚ 800 ਲੋਕਾਂ ਦੀ ਹਿਊਮਨ ਟ੍ਰਾਇਲ ਪਿਛਲੇ ਹਫ਼ਤੇ ਤੋਂ ਸ਼ੁਰੂ ਆ। ਹੁਣ ਕਿਉਂ ਸ਼ੁਰੂ ਹੈਗੀ ਹੈ? ਕਿਉਂਕਿ ਜਿਹੜਾ ਇਹ ਕੋਵਿਡ-19 ਹੈਗਾ ਕਰੋਨਾ ਵਾਇਰਸ, ਇਹ ਲਗਭਗ ਸਾਰਸ ਦੇ ਨਾਲ ਜਿਹੜਾ 2012 'ਚ ਆਇਆ, 2002 'ਚ ਆਇਆ ਸੀ ਤੇ ਮਰਸ 2015 'ਚ ਆਇਆ ਸੀ, ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਜਾਂ ਸਡਨ ਐਡਲਟ ਰੈਸਪੀਰੇਟਰੀ ਸਿੰਡਰੋਮ ਜਿਹੜਾ ਸਾਰਸ ਕਹਿੰਦੇ ਆ। ਸੋ ਉਦੋਂ ਵੈਕਸੀਨੇਸ਼ਨ ਬਣਾਉਣ ਦੀ ਮੁਹਿੰਮ ਸ਼ੁਰੂ ਸੀ। ਉਦੋਂ ਪਤਾ ਨਹੀਂ ਸੀ ਵੀ ਉਹ ਕਿੰਨਾ ਟਾਈਮ ਤੱਕ ਰਹੂਗਾ। ਉਹ ਆਪਾਂ ਕੰਟੇਨ ਕਰ ਲਿੱਤਾ 6 ਮਹੀਨੇ ਸਾਲ ਦੇ ਵਿੱਚ, ਉਹ ਖਤਮ ਹੋ ਗਿਆ ਹੈ ਨਾ। ਲੇਕਿਨ ਜਿਹੜੇ ਵੈਕਸੀਨਸ ਬਣੇ ਸੀ ਉਹਦੀ ਟ੍ਰਾਇਲਸ ਫਿਰ ਛੱਡ ਦਿੱਤੀ ਵੀ ਚਲੋ ਗੱਲ ਮੁੱਕੀ। ਸੋ ਮਟੀਰੀਅਲ ਤਾਂ ਪਿਆ ਸੀ, ਰਿਸਰਚ ਪਈ ਸੀ, ਨੌਲੇਜ ਪਈ ਸੀ, ਵੈਕਸੀਨਸ ਤਿਆਰ ਸੀ, ਉਹਨੂੰ ਮਾੜਾ ਜਿਹਾ ਹੀ ਮੋਡੀਫਾਈ ਕਰਨਾ ਪਿਆ। ਇਸ ਲਈ ਵੈਕਸੀਨਸ ਜਿਹੜੀਆਂ ਹੈਗੀਆਂ ਮੌਜੂਦ ਹੈਗੀਆਂ। 40 ਮਿਲੀਅਨ ਡੋਜ਼ਸ ਆਕਸਫੋਰਡ ਨੇ ਬਣਾ ਕੇ ਜਿਹੜੀਆਂ ਹੈਗੀਆਂ ਦਿੱਤੀਆਂ। ਉਹ ਭਾਵੇਂ ਹੁਣ ਉਹ ਪਤਾ ਨਹੀਂ ਸਕਸੈਸਫੁਲ ਹੁੰਦੀਆਂ ਕਿ ਨਹੀਂ ਹੁੰਦੀਆਂ, ਲੇਕਿਨ ਜਦ ਤੱਕ ਟ੍ਰਾਇਲ ਨਹੀਂ ਕਰਾਂਗੇ ਸਕਸੈਸ ਕਿੱਥੋਂ ਮਿਲੂਗੀ? ਜਦੋਂ ਆਪਾਂ ਟ੍ਰਾਇਲ ਕਰਦੇ ਹਾਂ ਉਹ 4 ਟ੍ਰਾਇਲਸ ਤੋਂ ਲੰਘਦੀਆਂ। ਜਦੋਂ ਟ੍ਰਾਇਲਸ ਸ਼ੁਰੂ ਕਰਦੇ ਆ ਉਹਦੇ ਵਿੱਚ ਪਹਿਲਾਂ ਦੇਖਿਆ ਜਾਂਦਾ ਵੀ ਕਿੰਨਾ ਡੋਜ਼ ਦੇਣਾ, ਕਿੰਨੀ ਲੈਵਲ ਆਫ ਐਂਟੀਬੋਡੀਜ਼ ਬਣਦੀ ਆ, ਉਹ ਕਿੰਨੇ ਟਾਈਮ ਤੱਕ ਰਹਿੰਦੀ ਆ, ਉਹਦਾ ਕੋਈ ਸਾਈਡ ਇਫੈਕਟ ਤੇ ਨਹੀਂ ਹੁੰਦਾ। ਸੋ ਇਹ ਡੇਟਾ ਜਿਹੜਾ ਹੈਗਾ ਐਨਾਲਾਈਜ਼ ਕਰਨ ਨੂੰ 1.5 ਸਾਲ ਲੱਗੂਗਾ। ਸੋ ਮੈਂ ਕਹੂੰਗਾ ਵੀ ਅਸੀਂ ਬਹੁਤ ਲੱਕੀ ਹੋਵਾਂਗੇ ਵੀ ਮਿਡਲ ਆਫ ਨੈਕਸਟ ਈਅਰ ਜਾਂ ਐਂਡ ਆਫ ਨੈਕਸਟ ਈਅਰ ਵੈਕਸੀਨ ਆਊਗੀ। ਇਸ ਸਾਲ ਵੈਕਸੀਨ ਨਹੀਂ ਆਉਣੀ। ਹੁਣ ਦੂਜੀ ਪ੍ਰੋਬਲਮ ਇਹ ਹੈਗੀ ਆ ਵੀ ਕੈਨੇਡਾ ਦੇ ਵਿੱਚ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਵੈਕਸੀਨ ਲਾਓ ਔਰ 95 to 97% ਪੈਰੈਂਟਸ ਆਪਣੇ ਬੱਚਿਆਂ ਨੂੰ ਵੈਕਸੀਨ ਲਾਉਂਦੇ ਆ। 2 ਤੋਂ 5% ਅਜੇ ਵੀ ਨਹੀਂ ਲਾਉਂਦੇ ਕਿਉਂਕਿ ਕਹਿੰਦੇ ਸਾਡਾ ਧਰਮ, ਸਾਡੀ ਬਿਲੀਵ, ਸਾਡਾ ਨਹੀਂ ਜੀ ਕਰਦਾ ਹੈ ਨਾ। ਸੋ ਜਦੋਂ ਹੁਣ ਵੈਕਸੀਨ ਆਊਗੀ, ਭਾਵੇਂ 37 ਮਿਲੀਅਨ ਡੋਸਿਸ ਪ੍ਰਧਾਨ ਮੰਤਰੀ ਆਰਡਰ ਵੀ ਕਰਨ, ਉਹ ਕਿੰਨੇ ਕੁ ਲੋਕੀ ਲਾਉਂਦੇ ਆ ਉਹਦੀ ਵੀ ਆਈ ਆ ਵੀ 60% ਤੇ ਕਹਿੰਦੇ ਅੱਜੇ ਆਏਗੀ ਤੇ ਅੱਜੇ ਲਾਵਾਂਗੇ, 40% ਨੇ ਅਜੇ ਫਿਰ ਵੀ ਨਹੀਂ ਡਿਸਾਈਡ ਕੀਤਾ। ਸੋ ਇਹ ਜਿਹੜੀ ਹੈਗੀ ਡਿਲੀਵਰੀ ਆਫ ਵੈਕਸੀਨ ਜਿਹੜੀ ਹੈਗੀ ਆ ਇਹ ਵੀ ਇਸ਼ੂ ਹੋਏਗਾ। ਲੇਕਿਨ ਅਸੀਂ ਉਹਦੇ ਉੱਤੇ ਅਜੇ ਗੱਲਾਂ ਨਾ ਕਰੀਏ, ਅਸੀਂ ਗੱਲ ਕਰੀਏ ਮਹਾਰਾਜ ਕਿਰਪਾ ਕਰ ਵੀ ਵੈਕਸੀਨ ਆ ਜਾਵੇ ਜਿਹੜੀ ਕੰਮ ਕਰਦੀ ਆ। ਬਿਲਕੁਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਹ ਕਲੀਅਰ ਕੀਤਾ ਹੈਗਾ ਆ ਕਿ ਜੇ ਕੱਲ ਨੂੰ ਵੈਕਸੀਨ ਆਉਂਦੀ ਹੈ ਤਾਂ ਬਾਅਦ ਵਿੱਚ ਸੋਚਿਆ ਜਾਵੇਗਾ ਕਿ ਇਹ ਮੈਂਡੇਟਰੀ ਹੋਏਗੀ ਕੈਨੇਡੀਅਨਸ ਦੇ ਲਈ ਜਾਂ ਨਹੀਂ ਹੋਏਗੀ। ਇਹ ਤੇ ਡਿਬੇਟ ਕਰਨਾ ਟੂ अर्ਲੀ ਆ ਕਿ ਵੈਕਸੀਨ ਪਹਿਲਾਂ ਬਣਨੀ ਚਾਹੀਦੀ ਹੈਗੀ ਹੈ। ਸੋ ਹੁਣ ਜਿਵੇਂ ਅਸੀਂ ਟਰੂਡੋ ਦੀ ਗੱਲ ਕੀਤੀ ਹੈ,
PM ਟਰੂਡੋ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਅੱਜ ਹੀ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਸਾਨੂੰ ਵਰਕਰਸ ਜ਼ਿਆਦਾ ਪਿਆਰੇ ਆ ਜਿਹੜੇ ਪੋਲਟਰੀ ਫਾਰਮ ਦੇ ਵਿੱਚ ਕੰਮ ਕਰਦੇ ਆ, ਮੀਟ ਫੈਕਟਰੀਜ਼ ਦੇ ਵਿੱਚ ਕੰਮ ਕਰਦੇ ਆ, ਉਹਦੇ ਅਮਰੀਕਾ ਤੋਂ ਜਿਹੜਾ ਬਿਆਨ ਡਿਫਰੈਂਟ ਆ ਰਿਹਾ ਉਹ ਖੋਲਣ ਦੀ ਟਰਾਈ ਕਰ ਰਿਹਾ, ਰੀਓਪਨ ਕਰਨ ਦੀ ਟਰਾਈ ਕਰ ਰਹੇ ਹੈਗੇ ਆ ਪਲਾਂਟਸ ਨੂੰ। ਉਧਰੋਂ ਸਾਡੀ BC ਦੇ ਜੋ ਹੈਨਰੀ ਨੇ ਉਹ ਕਹਿ ਰਹੇ ਨੇ ਕਿ ਇਕੋਨਮੀ ਦਾ ਸੈਟਬੈਕ ਨਹੀਂ ਇੰਨਾ ਵੱਡਾ ਹੈਗਾ ਮੀਟ ਫੈਕਟਰੀ ਦੇ ਕਰਕੇ। ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਮੀਟ ਫੈਕਟਰੀ ਦਾ ਇੰਪੈਕਟ ਕਰੋਨਾ ਵਾਇਰਸ ਦੇ ਨਾਲ ਕੁਝ ਜ਼ਿਆਦਾ ਹੈਗਾ, ਕਿਉਂਕਿ ਆਪਣੇ ਵੀ ਇੱਥੇ 2 ਪੋਲਟਰੀ ਫਾਰਮ ਦੇ ਵਿੱਚੋਂ ਜੋ ਕਰੋਨਾ ਵਾਇਰਸ ਨਾਲ ਪੀੜਿਤ ਪਾਏ ਗਏ ਹੈਗੇ ਆ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਭ ਕੁਝ ਜੋ ਹੋ ਰਿਹਾ ਇਹਦੇ ਨਾਲ ਇਹਨੂੰ ਰੋਕਣਾ ਚਾਹੀਦਾ ਜਾਂ ਨਹੀਂ ਰੋਕਣਾ ਚਾਹੀਦਾ? ਬਿਲਕੁਲ ਕਲੋਜ਼ ਕਰਨਾ ਚਾਹੀਦਾ। ਐਕਚੁਅਲੀ ਹੁਣੇ ਖਬਰ ਆ ਰਹੀ ਸੀ ਵੀ 2 ਹੋਰ ਜਿਹੜੇ ਚਿਕਨ ਪ੍ਰੋਸੈਸਿੰਗ ਪਲਾਂਟ ਹੈਗੇ ਆ ਲੋਅਰ ਮੇਨਲੈਂਡ 'ਚ, ਹੁਣ 4 ਹੋ ਗਏ, ਪਹਿਲਾਂ 2 ਸੀ ਹੁਣ 4 ਹੈਗੇ ਆ। ਸੋ ਉੱਥੇ ਵੀ ਕੋਵਿਡ ਕੇਸਿਸ ਪਾਏ ਗਏ ਸੀ, ਉਹ ਸ਼ਟ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਇੱਕ ਪਲਾਂਟ ਨੂੰ ਸਾਡੇ ਇੰਡੋ ਕੈਨੇਡੀਅਨ ਫੈਮਿਲੀ ਓਨ ਕਰਦੀ, ਮੈਂ ਨਾਂ ਨਹੀਂ ਲੈਣਾ, ਉਹ ਮੇਰੇ ਮਿੱਤਰ ਵੀ ਹੈਗੇ ਆ ਨਾ। ਦੂਜਾ ਜਿਹੜਾ ਮੀਟ ਸਪਲਾਈ ਹੈਗਾ, ਜਿਹੜਾ ਬੀਫ ਹੈਗਾ, ਉਹ ਐਲਬਰਟਾ ਤੋਂ ਹੁੰਦਾ ਬਹੁਤ ਵੱਡੀ ਮਾਤਰਾ 'ਚ, ਉੱਥੇ ਵੀ 2 ਪਲਾਂਟ ਜਿਹੜੇ ਹੈਗੇ ਸ਼ਟ ਡਾਊਨ ਕੀਤੇ। ਮੈਕਡੋਨਲਡਸ ਨੇ ਜਿਹੜਾ ਉਹਦਾ ਐਂਗਸ ਬੀਫ ਦਾ ਸੈਂਡਵਿਚ ਉਹ ਬੰਦ ਕਰ ਦਿੱਤਾ ਕਿਉਂਕਿ ਉਹ ਕੈਲਗਰੀ ਤੋਂ ਹੁੰਦਾ। ਔਰ ਜਿਹੜਾ ਮੀਟ ਆ ਉਹ ਪਹਿਲੀ ਵਾਰ ਇੰਪੋਰਟ ਕਰਨਾ ਚਾਹੁੰਦੇ ਦੂਜੀ ਕੰਟਰੀ ਤੋਂ। ਹੁਣ ਪ੍ਰੋਬਲਮ ਇਹ ਹੈਗੀ ਆ ਵੀ ਜਦ ਤੱਕ ਸਾਡੀ ਸਿਹਤ ਸੁਰੱਖਿਅਤ ਨਹੀਂ ਆ, ਸਾਡਾ ਜਿਹੜਾ ਪ੍ਰੋਟੋਕਾਲ ਹੈਗਾ ਕੈਨੇਡਾ ਦਾ ਬਹੁਤ ਵਧੀਆ, ਅਸੀਂ ਹਰ ਇੱਕ ਜਿਹੜਾ ਇੰਡੀਵਿਜੂਅਲ ਉਹਦੀ ਜਾਨ ਦੀ ਵੈਲਿਊ ਰੱਖਦੇ ਆ, ਭਾਵੇਂ ਬੱਚਾ ਜਵਾਨ ਆ, ਬਜ਼ੁਰਗ ਆ, ਬਿਮਾਰ ਆ, ਜੋ ਵੀ ਆ। ਸੋ ਇਸ ਲਈ ਮੇਰੇ ਖਿਆਲ ਨਾਲ ਸਾਡੇ ਜਿਹੜੇ ਮੈਜਰਸ ਆ ਉਹ ਜ਼ਿਆਦਾ ਹਿਊਮੈਨਿਟੇਰੀਅਨ ਹੈ। ਅਸੀਂ ਇਹ ਨਹੀਂ ਹੈਗਾ ਵੀ ਕਿਸੇ ਦੀ ਲਾਈਫ ਰਿਸਕ 'ਚ ਪਾ ਕੇ ਤੇ ਪ੍ਰੋਸੈਸਿੰਗ ਪਲਾਂਟ ਜਿਹੜੇ ਹੈਗੇ ਖੁੱਲੇ ਰੱਖਣੇ। ਇਹ ਸਾਰਾ ਜਦੋਂ ਮਤਲਬ ਕੰਟਰੋਲ 'ਚ ਆਊਗਾ ਦੁਬਾਰਾ ਇਹ ਇੰਡਸਟਰੀ ਜਿਹੜੀ ਸਰਜੀਤ ਹੋਊਗੀ। ਲੇਕਿਨ ਇਸ ਤੋਂ ਇਹ ਵੀ ਦੇਖਿਆ ਜਾਣਾ ਵੀ ਮੀਟ ਆਲਟਰਨੇਟਿਵ ਵੀ ਬਹੁਤ ਹੈ। ਮੈਂ ਵੈਜੀਟੇਰੀਅਨ ਹੈਗਾ ਖੁਦ, ਹੈ ਨਾ। 10% ਲੋਕੀ ਜਿਹੜੇ ਕੈਨੇਡਾ ਦੇ ਇਸ ਵੇਲੇ ਵੈਜੀਟੇਰੀਅਨ ਹੋ ਗਏ ਆ, ਇਹਦੇ ਵਿੱਚ ਵੱਡੀ ਮਾਤਰਾ 'ਚ ਗੋਰੇ ਇਨਵੋਲਵ ਹੈਗੇ ਆ। ਸੋ ਹਿੰਦੁਸਤਾਨ ਦੀ 70% ਜਿਹੜਾ ਆਵਾਮ ਆ ਉਹ ਵੀ ਵੈਜੀਟੇਰੀਅਨ ਹੈਗਾ। ਵੈਜੀਟੇਰੀਅਨ ਡਾਇਟ ਦੇ ਵਿੱਚ ਕੋਈ ਰਿਸਕ ਨਹੀਂ ਹੁੰਦਾ, ਜਿੱਦਾਂ ਮੀਟ ਦੇ ਵਿੱਚ ਸਾਲਮੋਨੈਲਾ, ਸ਼ਿਗੇਲਾ ਜਿਹੜਾ ਹੁੰਦਾ ਨਾ, ਹੈਮਬਰਗਰ ਡਿਜ਼ੀਜ਼ ਵਗੈਰਾ। ਸੋ ਵੈਜੀਟੇਰੀਅਨ ਡਾਇਟ 'ਚ ਇਹੋ ਜਿਹਾ ਰਿਸਕ ਨਹੀਂ ਹੁੰਦਾ ਅਗਰ ਉਹਨੂੰ ਸਾਫ਼ ਸਫਾਈ ਕਰਕੇ ਰਿੰਨ ਕੇ ਕੁੱਕ ਕਰਕੇ ਖਾਈਏ ਚੰਗੀ ਤਰ੍ਹਾਂ। ਦੂਜੀ ਗੱਲ, ਇਹ ਹਰ ਇੱਕ ਦੀ ਪਰਸਨਲ ਚੋਇਸ ਹੈ ਵੀ ਤੁਸੀਂ ਮੀਟ ਖਾਣਾ ਜਾਂ ਨਹੀਂ ਖਾਣਾ। ਤੀਜੀ ਗੱਲ, ਥੋੜੇ ਟਾਈਮ ਵਾਸਤੇ ਜਿਹੜੀ ਨੌਨ ਵੈਜ ਜਿਹੜੀ ਹੈਗੀ ਚੀਜ਼ਾਂ ਇਹ ਘਟਣਗੀਆਂ ਕਿਉਂਕਿ ਆਲ ਓਵਰ ਵਰਲਡ ਜਿਹੜਾ ਹੈਗਾ ਸਪਲਾਈ ਚੇਨ ਸਥਗਿਤ ਹੈਗਾ। ਸੋ ਲੋਕਾਂ ਨੂੰ ਆਪਣੇ ਦੇਖੋ ਵੱਡੇ ਵੱਡੇ ਯਾਰਡ ਆ, ਮੈਂ ਵੀਡੀਓ ਵੀ ਪਾਈ ਸੀ ਮਹੀਨਾ ਪਹਿਲੋਂ ਵੀ ਮੇਥੀ ਆ, ਅਸੀਂ ਹੋਰ ਚੀਜ਼ਾਂ ਬੀਜ ਸਕਦੇ ਪਿੱਛੇ, ਉਹ ਤੁਹਾਡੀ ਆਰਗੈਨਿਕ ਖੇਤੀ ਆ, ਤੁਸੀਂ ਆਪ ਵੀ ਖਾ ਸਕਦੇ ਹੋ। ਹੁਣ ਜਿਹੜਾ ਚਿਕਨ ਹੈਗਾ ਜਾਂ ਮੀਟ ਹੈਗਾ ਸਟੋਰਾਂ 'ਤੇ ਮਿਲ ਰਿਹਾ, ਉਹ ਕਾਰਗਿਲ ਤੋਂ ਆਇਆ ਜਾਂ ਜਿਹੜਾ ਯੂਨਾਈਟਿਡ ਪੋਲਟਰੀ ਆ ਜਾਂ ਲਿਲੀਡੇਲ ਤੋਂ ਆਇਆ, ਜਿੱਥੇ ਅਸੀਂ ਕਹਿ ਰਹੇ ਵੀ ਇਸ ਵੇਲੇ ਪਲਾਂਟਸ ਦੇ ਵਿੱਚ ਕੋਵਿਡ ਪਾਇਆ ਗਿਆ। ਜਿਹੜਾ ਉਹ ਚਿਕਨ ਹੈ ਜਾਂ ਮੀਟ ਆ ਉਸ ਤੋਂ ਤੁਹਾਨੂੰ ਕੋਵਿਡ ਨਹੀਂ ਹੋਣਾ, ਉਹ ਕਿਉਂਕਿ ਤੁਸੀਂ ਕੁੱਕ ਕਰਕੇ ਖਾਣਾ। ਜਦੋਂ ਕੁੱਕ ਕਰਦੇ ਵਾਇਰਸ ਖਤਮ ਹੋ ਜਾਂਦਾ। ਸੋ ਤੁਸੀਂ ਉਹਨੂੰ ਭਾਵੇਂ ਬੋਇਲ ਕਰਕੇ ਖਾਓ, ਬਾਰਬੀਕਿਊ ਕਰਕੇ ਖਾਓ ਜਾਂ ਜਿੱਦਾਂ ਵੀ। ਸੋ ਉਹ ਰਿਸਕ ਘੱਟ ਆ। ਚਿਕਨ ਤੋਂ ਟੱਟੀਆਂ ਲੱਗਣੀਆਂ ਜਾਂ ਸਾਲਮੋਨੈਲਾ ਜਿਹਨੂੰ ਟਾਈਫਾਇਡ ਕਹਿੰਦੇ, ਉਹ ਗਾਏ ਬਗਾਏ ਅਸੀਂ ਦੇਖਦੇ ਰਹਿੰਦੇ ਕੈਨੇਡਾ 'ਚ COVID-19 ਤੋਂ ਪਹਿਲਾਂ ਵੀ। ਸੋ ਸਾਫ਼ ਸਫਾਈ ਕਰਕੇ ਅੱਛੀ ਤਰ੍ਹਾਂ ਕੁੱਕ ਕਰਕੇ ਖਾਓ ਤੇ ਰਿਸਕ ਬਿਲਕੁਲ ਜ਼ੀਰੋ ਦੇ ਲੱਗੇ। ਬਿਲਕੁਲ। ਤੇ WHO ਦੀ ਗੱਲ ਕਰ ਲਈਏ ਤਾਂ ਫੰਡਿੰਗ ਰੋਕ ਦਿੱਤੀ ਗਈ ਹੈਗੀ ਆ ਉਹਨਾਂ ਦੀ ਅਮਰੀਕਾ ਦੇ ਵੱਲੋਂ, ਪਰ ਫਿਰ ਵੀ ਹੋਰ ਕੰਟਰੀਜ਼ ਹੈਗੀਆਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਅਸੀਂ WHO ਨੂੰ ਸਪੋਰਟ ਕਰਾਂਗੇ ਜਿੰਨਾ ਵੀ ਹੋ ਸਕੇ, ਕਿਉਂਕਿ ਬਹੁਤ ਸਾਰੇ ਦੇਸ਼ ਰਿਲਾਈ ਕਰਦੇ ਆ WHO ਦੇ ਉੱਤੇ, ਕਿਉਂਕਿ ਉਹ ਕਰਦੇ ਰਹਿੰਦੇ ਨੇ, ਇਨਵੈਸਟੀਗੇਸ਼ਨਸ ਕਰਦੇ ਰਹਿੰਦੇ ਨੇ। ਸੋ ਉਹਨਾਂ ਦੀਆਂ ਜੋ ਸਟੱਡੀਜ਼ ਆ ਰਹੀਆਂ ਨੇ ਉਹਨਾਂ ਤੇ ਕਿੰਨਾ ਕੁ ਬਿਲੀਵ ਹੋ ਰਿਹਾ ਹੈਗਾ। ਅਮਰੀਕਾ ਨੇ ਉਹਨਾਂ ਦੀ ਫੰਡਿੰਗ ਰੋਕ ਦਿੱਤੀ ਹੈਗੀ ਹੈ, ਸੋ ਉਹਨਾਂ ਦੇ ਵੱਲੋਂ ਕੀ ਅਪਡੇਟ ਆ ਰਹੀ ਹੈਗੀ ਹੈ? ਦੇਖੋ, ਅਸੀਂ ਬਹੁਤ ਜ਼ਿਆਦਾ ਹੈਵੀਲੀ ਫੋਲੋ ਕਰਦੇ ਹਾਂ WHO ਨੂੰ। ਡਾਕਟਰ ਟੈਡਰੋਸ ਤੇ ਸਾਡੇ ਖੁਦ ਜਿਹੜੇ ਡਾਕਟਰ ਟੈਮ ਹੈਗੇ ਆ ਉਹਨਾਂ ਦੀ ਕਈ ਕਮੇਟੀਆਂ 'ਚ ਬਹਿੰਦੇ ਆ। ਔਰ ਸਾਡਾ ਜਿਹੜਾ ਆਵਾਮ ਹੈ ਉਹ ਵੀ 37 ਮਿਲੀਅਨ ਦੇ ਲਾਗੇ ਚੱਗੇ ਹੈਗਾ। ਅਮਰੀਕਾ ਨੇ $400 ਮਿਲੀਅਨ ਦੀ ਫੰਡਿੰਗ ਪਰ ਈਅਰ ਦਿੰਦਾ ਸੀ। ਸਭ ਤੋਂ ਲਾਰਜੈਸਟ ਫੰਡਰ WHO ਦਾ ਅਮਰੀਕਾ ਸੀ। ਸੋ ਉਹਨਾਂ ਦੀ ਆਪਣੀ ਪਰਸਨਲ ਪੋਲੀਟੀਕਲ ਡਿਸੀਜਨ ਹੈ। ਹੁਣ ਉਸ ਤੋਂ ਬਾਅਦ ਸੈਕਿੰਡ ਲਾਰਜੈਸਟ ਪਤਾ ਕੌਣ ਸੀ? ਬਿਲ ਗੇਟਸ ਐਂਡ ਮਲਿੰਡਾ ਫਾਊਂਡੇਸ਼ਨ, ਉਹ ਨੰਬਰ 1 ਹੋ ਜਾਣਗੇ। ਸੋ ਤੁਸੀਂ ਹੁਣ ਦੇਖ ਸਕਦੇ ਹੋ ਵੀ WHO ਨੂੰ ਰਨ ਕਰਨ ਵਾਲੇ ਗੇਟਸ ਫੈਮਿਲੀ ਹੋ ਗਏ। ਹੁਣ ਇਹ ਜਿਹੜਾ ਹੈਗਾ ਇਹ ਡਾਕਟਰ ਟੈਡਰੋਸ ਆਪਾਂ ਕਹਿੰਦੇ ਹਾਂ, ਲੇਕਿਨ ਉਹ ਮੈਡੀਕਲ ਡਾਕਟਰ ਨਹੀਂ ਹੈਗਾ, ਉਹ PhD ਡਾਕਟਰ ਹੈਗਾ। ਜਿੱਦਾਂ ਨਹੀਂ ਆਪਾਂ ਫਿਲੋਸਫੀ ਦੀ PhD ਕਰ ਲਈਏ, ਕਵਿਤਾਵਾਂ ਦੀ PhD ਕਰ ਲਈਏ, ਸੋ ਉਹਦੀ ਮੈਡੀਕਲ ਨੌਲੇਜ ਨਹੀਂ ਹੈਗੀ। ਸੋ ਦੂਜੀ ਗੱਲ ਹੈਗੀ ਆ ਵੀ
ਜਿਹੜੀ ਇਹ ਹੈਗੀ ਆ, ਇਹ ਇੱਕੋ ਹੀ ਬੋਡੀ ਸਾਡੇ ਕੋਲ ਇਸ ਵੇਲੇ ਅਵੇਲੇਬਲ ਹੈਗੀ ਆ ਜਿਹੜੀ ਗਾਈਡਲਾਈਨਸ ਦਿੰਦੀ ਆ। ਉਹਨਾਂ ਕੋਲ ਸਾਇੰਟਿਸਟ ਜ਼ਰੂਰ ਹੈਗੇ ਆ ਜਿਹੜੇ ਇਨਵੋਲਵਡ ਹੈ, 150 ਤੋਂ ਜ਼ਿਆਦਾ ਸਾਇੰਟਿਸਟ ਹੈ ਆਲ ਓਵਰ ਦਾ ਵਰਲਡ। ਸੋ ਸਾਨੂੰ ਇਸ ਵੇਲੇ ਜੋ ਗਾਈਡਲਾਈਨਸ ਮਿਲਦੀਆਂ WHO ਤੋਂ ਫੋਲੋ ਕਰਨੀ ਚਾਹੀਦੀਆਂ। ਜਦੋਂ ਇਹ ਕੋਵਿਡ ਦੀ ਪ੍ਰੋਬਲਮ ਹਟ ਜਾਊਗੀ ਉਹਦੇ ਬਾਅਦ WHO ਦੀ ਰੀਵੈਲੂਏਸ਼ਨ ਹੋਊਗੀ, ਕਿਉਂਕਿ ਕਿਤੇ ਨਾ ਕਿਤੇ ਚਾਈਨਾ ਤੋਂ ਅਰਲੀ ਔਨ ਅਗਰ ਸਾਨੂੰ ਦੱਸ ਦਿੰਦੇ ਵੀ ਲੌਕ ਇਨ ਜਲਦੀ ਕਰ ਲਓ, ਅਸੀਂ ਮਿਡ ਮਾਰਚ ਤੋਂ ਕੀਤਾ ਹੈ ਨਾ, ਆਸਟ੍ਰੇਲੀਆ ਨੇ ਜਨਵਰੀ ਤੋਂ ਕਰ ਲਿਆ ਸੀ, ਹੈ ਨਾ, ਔਰ ਵੀ ਚਾਈਨਾ ਨੇ ਡੇਟਾ ਵੀ ਬਾਅਦ ਚੁੱਕਿਆ ਵੀ ਨਹੀਂ ਸਾਡੀਆਂ ਡੈਥ ਜ਼ਿਆਦਾ ਹੋਈਆਂ, ਹੈ ਨਾ। ਸੋ ਕਿਤੇ ਨਾ ਕਿਤੇ ਥੋੜਾ ਬਹੁਤ ਹਾਈਡ ਐਂਡ ਸੀਕ ਚੱਲਦਾ, ਲੇਕਿਨ ਮੈਨੂੰ ਇਹਦੀ ਇੰਨੀ ਜ਼ਿਆਦਾ ਨੌਲੇਜ ਨਹੀਂ ਆ। ਬਟ ਐਜ਼ ਅ ਮੈਡੀਕਲ ਪ੍ਰੈਕਟੀਸ਼ਨਰ ਮੈਂ ਜ਼ਰੂਰ ਕਹੂੰਗਾ ਵੀ ਅਸੀਂ ਸਾਡੇ ਜਿਹੜੇ ਲੋਕਲ ਹੈਲਥ ਅਥਾਰਟੀ ਆ ਔਰ ਸਾਡੇ ਜਿਹੜੇ ਫੈਡਰਲ ਹੈਲਥ ਅਥਾਰਟੀ ਆ ਉਹਨਾਂ ਨੂੰ ਫੋਲੋ ਕਰੀਏ, ਔਰ ਅਸੀਂ ਬਹੁਤ ਸੋਹਣਾ ਕਰ ਰਹੇ ਆ। ਅਗਰ ਆਪਾਂ ਕੰਪੈਰੀਜ਼ਨ 'ਚ ਅਮਰੀਕਾ ਦੇ ਨਾਲ ਦੇਖੀਏ ਤੇ ਵੀ ਆਰ ਡੂਇੰਗ ਵੈਰੀ ਗੁੱਡ। ਸੇਮ ਹੀ ਸਾਡੀ ਪੋਪੂਲੇਸ਼ਨ ਆ, ਸੇਮ ਹੀ ਸਾਡਾ ਵਾਤਾਵਰਨ ਹੈ, ਸੇਮ ਹੀ ਕਲਾਈਮੇਟ ਆ, ਸੇਮ ਹੀ ਸਾਡੀ ਇਕੋਨਮੀ ਆ, ਲੇਕਿਨ ਕਿਉਂ ਹੋਇਆ? ਕਿਉਂਕਿ ਅਸੀਂ ਸਾਰੇ ਜਿਹੜੀ ਹੈਗੀ ਹੈ ਸਾਡੀ ਹੈਲਥ ਰੈਗੂਲੇਟਰਸ ਨੂੰ ਲਿਸਨ ਕੀਤਾ, ਔਰ ਪਲੀਜ਼ ਲਿਸਨ ਕਰਦੇ ਰਿਹਾ ਕਰੋ। ਬਿਲਕੁਲ। ਇੱਕ ਮੋਬਾਈਲ ਡੇਟਾ ਦੀ ਵੀ ਇੱਕ ਖਬਰ ਆਈ ਸੀ ਕਿ ਡੇਟੇ ਦੇ ਨਾਲ ਐਪਸ ਲੋਕਾਂ ਨੇ ਡਾਊਨਲੋਡ ਕਰਤੀਆਂ ਹੈਗੀਆਂ ਨੇ, ਗਵਰਨਮੈਂਟ ਵੱਲੋਂ ਐਪਸ ਦਿੱਤੀਆਂ ਜਾ ਰਹੀਆਂ ਕਈ ਦੇਸ਼ਾਂ ਦੇ ਵਿੱਚ ਕਿ ਪਤਾ ਲੱਗ ਸਕੇ ਕਿ ਕਿੱਥੇ ਕਿੱਥੇ ਵਾਇਰਸ ਫੈਲ ਗਿਆ ਹੈਗਾ, ਜਿਹੜਾ ਵਾਇਰਸ ਵਾਲਾ ਇਨਸਾਨ ਸੀ ਉਹ ਕਿੱਥੇ ਕਿੱਥੇ ਗਿਆ ਹੈਗਾ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵੀ ਇੱਕ ਤਰੀਕਾ ਹੋ ਸਕਦਾ ਹੈਗਾ ਵਾਇਰਸ ਲੱਭਣ ਦੇ ਲਈ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਫੈਲਿਆ ਹੈ? ਦੇਖੋ, ਇਸ ਵੇਲੇ ਟੈਕਨੋਲੋਜੀ ਔਰ ਪ੍ਰੋਗਰਾਮਸ ਜਿਹੜੇ ਹੈਗੇ ਆ ਬਹੁਤ ਵਿਕਸਿਤ ਹੈਗੇ ਆ। ਸਭ ਤੋਂ ਪਹਿਲਾਂ ਤਾਇਵਾਨ ਨੇ ਇਹ ਕੀਤਾ ਸੀ, ਕਿਉਂਕਿ ਉੱਥੇ ਉਹ ਕੰਟਰੀ ਦੇ ਵਿੱਚ ਜਿਹੜੇ ਸਾਰੇ ਸਮਾਰਟਫੋਨ ਹੈਗੇ ਆ ਐਕਚੁਅਲੀ ਉਹ ਲਿੰਕ ਸੀ, ਮੈਡੀਕਲ ਰੈਕੋਰਡਸ ਵੀ ਉਹਦੇ ਵਿੱਚ ਹੈਗਾ, ਫੈਮਿਲੀ ਡਾਕਟਰਸ ਵੀ ਹੈਗੇ ਆ, ਤੇ ਹੈਲਥ ਐਡਵਾਈਜ਼ਰੀ ਵੀ ਉਹਨਾਂ ਨੂੰ ਹਰ ਇੱਕ ਨੂੰ ਆਪਣੇ ਸਮਾਰਟਫੋਨ 'ਚ ਰਾਈਟ ਵੀ ਆ ਜਾਂਦੀ ਸੀ। ਸੋ ਇਸ ਲਈ ਤੁਸੀਂ ਦੇਖੋ ਤਾਇਵਾਨ ਦੇ ਕੇਸਿਸ ਬਹੁਤ ਥੱਲੇ ਆ। ਤਾਇਵਾਨ ਵੀ ਇੱਕ ਕੰਟਰੀ ਹੈ ਜਿਹਨੇ WHO ਨੇ ਨਹੀਂ ਫੋਲੋ ਕੀਤਾ, ਉਹਨਾਂ ਨੇ ਲੋਕਡਾਊਨ ਪਹਿਲਾਂ ਕਰ ਦਿੱਤਾ ਸੀ, ਕਿਉਂਕਿ ਉਹ ਸਾਰਸ ਦੇ ਵੇਲੇ 2002 'ਚ ਉਹਨਾਂ ਨੂੰ ਬਹੁਤ ਟਰਬਲ ਆਈ ਸੀ ਉਦੋਂ। ਸੋ ਉਹਨਾਂ ਨੇ ਉਸ ਤੋਂ ਲਰਨ ਕੀਤਾ ਹੋਇਆ ਸੀ। ਦੂਜੀ ਗੱਲ ਹੈਗੀ ਆ ਵੀ ਇਹਦਾ ਇੱਕ ਇਸ਼ੂ ਬਣਦਾ ਵੀ ਫਰੀडम ਆਫ ਇਨਫੋਰਮੇਸ਼ਨ ਦਾ ਤੇ ਆਪਣੀ ਜਿਹੜੀ ਆਜ਼ਾਦੀ ਆ ਉਹਦਾ ਜਿਹੜਾ ਹੈਗਾ ਵੀ ਸਮਝੋ ਹੁਣ ਮੈਨੂੰ COVID-19 ਹੈ ਨਾ, ਤੇ ਮੇਰੇ ਫੋਨ ਦੇ ਵਿੱਚ ਟ੍ਰੇਸਿੰਗ ਪਾ ਦੇ ਤਾਂ ਫਿਰ ਲੋਕੀ ਮੇਰੇ ਤੋਂ ਬਹੁਤ ਨਫ਼ਰਤ ਕਰਨੀ ਸ਼ੁਰੂ ਕਰ ਦੇਣਗੇ, ਹੈ ਨਾ। ਹਾਲਾਂਕਿ ਮੈਂ ਆਪਣੇ ਘਰ ਹੀ ਬੈਠਾ, ਮੈਂ ਸਾਰਾ ਕੁਝ ਕਰਦਾ। ਕਦੀ ਕਦਾਰ ਮੈਨੂੰ ਗਰੋਸਰੀ ਲੈਣ ਜਾਣਾ ਪੈਣਾ, ਕਦੀ ਕਦਾਰ ਮੈਨੂੰ ਮੇਰੇ ਮਦਰ ਦੀ ਦਵਾਈਆਂ ਜਿਹੜੀਆਂ ਲੈਣ ਜਾਣੇ ਪੈਣੀਆਂ ਫਾਰਮੇਸੀ ਤੋਂ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਇੱਕ ਸਭਿਅ ਸੁਸਾਇਟੀ ਦੇ ਆਧਾਰ 'ਚ ਚੱਲਣੀਆਂ ਚਾਹੀਦੀਆਂ, ਔਰ ਜਦ ਤੱਕ ਸਾਡੇ ਜਿਹੜੇ ਹੈਲਥ ਰੈਗੂਲੇਟਰਸ ਨਹੀਂ ਕਹਿੰਦੇ ਸਾਨੂੰ ਇਹਦੇ ਵਿੱਚ ਨਹੀਂ ਜਾਣਾ ਚਾਹੀਦਾ। ਹਰ ਇੱਕ ਕੰਟਰੀ ਦੀ ਅਲੱਗ-ਅਲੱਗ ਵੇ ਆਫ ਥਿੰਕਿੰਗ ਆ, ਅਸੀਂ ਇਹਨੂੰ ਸਿੰਪਲੀਫਾਈ ਰੱਖੀਏ ਔਰ ਥੋੜਾ ਹੀ ਜਿਹੜਾ ਹੈਗਾ ਉੱਚੇ ਹੀ ਆਪਾਂ ਗੁਜ਼ਾਰਾ ਕਰੀਏ ਤੇ ਵਧੀਆ। ਅਸੀਂ ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਲੋਕਡਾਊਨ ਹਜੇ ਵੀ ਚੱਲ ਰਿਹਾ ਹੈਗਾ ਆ। ਕਈ ਦੇਸ਼ਾਂ ਨੇ ਲੋਕਡਾਊਨ ਕੀਤਾ ਹੋਇਆ, ਕਈਆਂ ਨੇ, ਜਿਵੇਂ ਹੁਣ ਅਸੀਂ ਕੈਨੇਡਾ ਦੇ ਵਿੱਚ ਬੈਠੇ ਹਾਂ ਤਾਂ ਅਸੀਂ ਇੱਕ ਵੱਖਰੀ ਦਿਸ਼ਾ ਅਪਣਾਈ ਹੈਗੀ ਹੈ ਕਿ ਅਸੀਂ ਲੋਕਡਾਊਨ ਵੀ ਕਰ ਰਹੇ ਹਾਂ, ਨਹੀਂ ਵੀ ਕਰ ਰਹੇ, ਲੋਕਾਂ ਨੂੰ ਬਚਾ ਵੀ ਰਹੇ ਹੈਗੇ ਆ। ਪਰ ਇੰਡੀਆ ਦੇ ਵਿੱਚ ਇੱਕ ਡਿਫਰੈਂਟ ਪੈਰਾਮੀਟਰ ਹੈ, ਉਹਨਾਂ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਲੋਕਡਾਊਨ ਕੀਤੇ ਨੂੰ, ਤੇ ਹਜੇ ਪਤਾ ਨਹੀਂ ਉੱਥੇ ਕਦੋਂ ਤੱਕ ਲੋਕਡਾਊਨ ਜਿਹੜਾ ਏਦਾਂ ਚੱਲਦਾ ਰਹੇਗਾ। ਉੱਥੇ ਵੀ ਮੈਡੀਕਲ ਇਕਵਿਪਮੈਂਟਸ ਦੀ ਘਾਟ ਹੈਗੀ ਆ, ਆਬਾਦੀ ਜ਼ਿਆਦਾ ਹੈਗੀ ਹੈ, ਬਹੁਤ ਜ਼ਿਆਦਾ ਹੈਗੀ ਹੈ। ਉੱਥੇ ਜੇ ਫੈਲ ਗਿਆ ਜ਼ਿਆਦਾ ਮਾਤਰਾ ਦੇ ਵਿੱਚ ਤੇ ਸੰਭਾਲਣਾ ਬਹੁਤ ਔਖਾ ਹੋ ਜਾਣਾ ਹੈਗਾ ਆ। ਸੋ ਇੱਕ ਤੁਹਾਡਾ ਸ਼ਹਿਰ ਬੰਬੇ ਤੇ ਤੁਸੀਂ ਕੁਝ ਇਨਫੋਰਮੇਸ਼ਨ ਦਿੱਤੀ ਸੀ ਕਿ ਉੱਥੇ ਕਾਰਡਬੋਰਡ ਦੇ ਬੈੱਡ ਬਣਾਏ ਜਾ ਰਹੇ ਨੇ, ਸੋ ਕਰੋਨਾ ਵਾਇਰਸ ਦੇ ਨਾਲ ਰਿਲੇਟਡ ਨੇ? ਬਿਲਕੁਲ, ਕਿਉਂਕਿ 50,000 ਜਿਹੜੇ ਬੈੱਡ ਹੈਗੇ ਆ ਕੁਆਰੰਟੀਨ ਵਾਸਤੇ, ਕਿਉਂਕਿ ਕਈ ਲੋਕੀ ਜਿੱਦਾਂ ਹੁਣ ਧਰਾਵੀ ਇੱਕ ਸਲਮ ਏਰੀਆ, ਏਸ਼ੀਆ ਦਾ ਸਭ ਤੋਂ ਵੱਡਾ ਸਲਮ ਵੀ ਜਿੱਥੇ ਗਰੀਬ ਲੋਕ ਰਹਿੰਦੇ ਆ, ਇੱਕ 10 ਬਾਏ 10 ਦਾ ਜਿਹੜਾ ਕਮਰਾ ਉਹ 'ਚ ਕਰੀਬਨ 10 ਤੋਂ 12 ਲੋਕ ਰਹਿੰਦੇ ਆ। ਉਹ 6 ਫੁੱਟ ਦੇ ਕਿੱਥੋਂ ਡਿਸਟੈਂਸ ਮੇਨਟੇਨ ਕਰਨਗੇ, ਹੈ ਨਾ। ਜਿਹੜਾ ਜੌਨੀ ਲੀਵਰ ਜਿਹੜਾ ਕਮੇਡੀਅਨ ਆ ਉਹ ਵੀ ਉਸ ਏਰੀਆ ਦਾ ਜੰਮ ਪੈਦਾਇਸ਼ ਵਿਅਕਤੀ ਹੈਗਾ, ਔਰ ਇਸਾਇਨ ਔਰ ਬਾਂਦਰਾ ਦੇ ਵਿੱਚ ਜਿੱਥੇ ਹਾਈ ਪਾਵਰ ਹਾਈਡਰੋ ਲਾਈਨਸ ਜਾਂਦੀਆਂ ਸੀ ਉਹਦੇ ਥੱਲੇ ਆ। ਸੋ ਇਹ ਮਤਲਬ ਇੱਕ ਬੁਕਿੰਗ ਪੁਆਇੰਟ ਹੈਗਾ ਵੀ ਅਗਰ ਉੱਥੇ ਕੇਸਿਸ ਆਏ ਤਾਂ ਬਹੁਤ ਜ਼ਿਆਦਾ ਫੈਲਣਗੇ। ਉੱਥੇ ਡਰੋਨਸ ਦੇ ਨਾਲ ਅਜੇ ਵੀ ਉਹ ਇਨਫੋਰਮੇਸ਼ਨ ਦੇ ਰਹੇ ਆ। ਦੇਖੋ, ਹਿੰਦੁਸਤਾਨ ਦੇ ਵਿੱਚ 70% ਲੋਕਾਂ ਕੋਲ ਪਾਣੀ ਔਰ ਸਾਬਣ ਨਹੀਂ ਹੈਗਾ ਹੈਂਡ ਵਾਸ਼ਿੰਗ ਵਾਸਤੇ। ਸੋ ਇਹ ਬਹੁਤ ਵੱਡੀ ਤਰਾਸਦੀ ਹੈਗੀ 70%, ਔਰ ਇਸ ਲਈ ਉਹਨਾਂ ਨੂੰ ਸਟ੍ਰਿਕਟ ਲੋਕਡਾਊਨ ਲੈ ਕੇ ਆਉਣੇ ਪਏ ਮੋਦੀ ਸਰਕਾਰ ਨੂੰ। ਔਰ ਹਿੰਦੁਸਤਾਨ ਬਹੁਤ ਲੱਕੀ ਆ, ਹਾਲਾਂਕਿ ਉਹਨਾਂ ਦੀ ਡੈਥ 1000 ਦੇ ਲਾਗੇ ਚਾਗੇ, 1000 ਤੋਂ ਥੋੜਾ ਜਿਹਾ ਉੱਤੇ ਆ, ਔਰ ਇੰਨੀ ਵੱਡੀ ਕੰਟਰੀ 1.3 ਬਿਲੀਅਨ ਦੀ,
ਉਹਦੇ 2-3 ਚੀਜ਼ਾਂ, ਪਹਿਲਾਂ ਤਾਂ ਉਹ ਸਟ੍ਰਿਕਟ ਲੋਕਡਾਊਨ ਹੈਗਾ, ਦੂਜਾ ਜਿਹੜਾ BCG ਟੀਕਾ ਜਿਹੜਾ ਮੋਢੇ 'ਚ ਲੱਗਦਾ TB ਵਾਸਤੇ, ਕੁਝ ਸਟੱਡੀ ਸਾਰੀਆਂ ਮੇ ਵੀ ਉਹ ਵੀ ਪ੍ਰੋਟੈਕਟ ਕਰਦਾ। ਤੀਜਾ ਜਿਹੜਾ ਵਾਇਰਸ ਹੈਗਾ ਉਹ ਹੁਣ ਉੱਥੇ 40 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਹੋ ਗਿਆ, ਸੋ ਘਰੋਂ ਬਾਹਰ ਜਿਹੜਾ ਵਾਇਰਸ ਹੈਗਾ ਜਿਹੜਾ ਹਵਾ 'ਚ ਸੀ ਜਾਂ ਥੱਲੇ ਸੀ, ਮਤਲਬ ਡਿੱਗਿਆ ਸੀ, ਉਹਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ ਇੰਨੇ ਜਿਹੇ ਟੈਂਪਰੇਚਰ 'ਚ। ਲੇਕਿਨ ਘਰ ਦੇ ਵਿੱਚ ਤੇ ਲੋਕਾਂ ਨੇ AC ਲਾਏ ਆ, ਪੱਖੇ ਲੱਗੇ ਆ ਨਾ, ਸੋ ਅਜੇ ਸਾਨੂੰ ਦੇਖਣਾ ਪੈਂਦਾ ਵੀ ਜਦੋਂ ਇਹ ਅਨਲੌਕ ਖੋਲਣਗੇ ਉਹਦੇ ਬਾਅਦ ਕੀ ਹੋਏਗਾ। ਜਿਹੜੇ ਮਾਹਿਰ ਆ ਉਹ ਕਹਿੰਦੇ ਵੀ ਜੂਨ 'ਚ ਇੱਕ ਵੇਵ ਜ਼ਰੂਰ ਆਊਗੀ ਹਿੰਦੁਸਤਾਨ ਦੇ ਵਿੱਚ ਵੀ, ਅਜੇ ਉਹਨਾਂ ਦੀ ਵੇਵ ਇੰਨੀ ਆਈ ਨਹੀਂ ਆ। ਤੁਸੀਂ ਦੇਖੋ ਰਸ਼ੀਆ 'ਚ ਹੁਣ ਵੇਵ ਆਈ ਆ ਉਹਨਾਂ ਦੀ, ਪਹਿਲਾਂ ਬਹੁਤ ਸਲੋ ਸੀ, ਹਾਲਾਂਕਿ ਰਸ਼ੀਆ ਬਿਲਕੁਲ ਚਾਈਨਾ ਦੇ ਨਾਲ ਲੱਗਦਾ ਹੈ ਨਾ। ਅਸੀਂ ਦੇਖੀਏ ਪਹਿਲਾਂ ਚਾਈਨਾ ਤੋਂ ਸ਼ੁਰੂ ਹੋਇਆ, ਫਿਰ ਯੂਰਪ 'ਚ ਆਇਆ, ਫਿਰ ਨਾਰਥ ਅਮਰੀਕਾ, ਹੁਣ ਫਿਰ ਬੈਕ ਟੂ ਰਸ਼ੀਆ ਦੇਖ ਰਹੇ ਹੋ। ਫਿਰ ਤੁਸੀਂ ਪੈਰੂ ਜਾ ਕੇ ਚਲੇ ਜਾਓ, ਬ੍ਰਾਜ਼ੀਲ ਚਲੇ ਜਾਓ, ਉੱਥੇ ਬਹੁਤ ਵੱਡੇ ਕੇਸਿਸ ਆ ਰਹੇ ਆ। ਅਜੇ ਜਿਹੜਾ ਅਫਰੀਕਨ ਕੰਟੀਨੈਂਟ ਹੈ ਉੱਥੇ ਸ਼ੁਰੂਆਤ ਹੋਈ ਹੈ, ਉੱਥੇ ਹੋਣਾ। ਸੋ ਹਰ ਇੱਕ ਜਗ੍ਹਾ 'ਚ ਅਲੱਗ-ਅਲੱਗ ਟਾਈਮ 'ਚ ਵੇਵ ਆ ਰਹੀ ਹੈ। ਨਿਊਜ਼ੀਲੈਂਡ ਕਹਿੰਦਾ ਵੀ ਅਸੀਂ ਤਾਂ ਇਹਨੂੰ ਸਪਰੈਸ ਕਰਕੇ ਵਿਜੇ ਪਾ ਲਈ ਆ, ਆਸਟ੍ਰੇਲੀਆ ਵੀ ਇਸ ਤੋਂ ਨਿਕਲ ਗਿਆ। ਕਿਊਬੈਕ ਦੇ ਵਿੱਚ ਇੰਨੇ ਸਾਰੇ ਕੇਸਿਸ ਆ, ਲਗਭਗ 50% ਕੇਸਿਸ ਕਿਊਬੈਕ ਤੋਂ ਆ, ਲਗਭਗ 50% ਤੋਂ ਜ਼ਿਆਦਾ ਡੈਥ ਜਿਹੜੀ ਹੈਗੀ ਉਹ ਕਿਊਬੈਕ 'ਚ ਆ। ਲੇਕਿਨ ਉਹਨਾਂ ਦੇ ਜਿਹੜੇ ਪ੍ਰੀਮੀਅਰ ਆ ਉਹ ਕਹਿੰਦੇ ਆ ਵੀ ਮੈਂ 11 ਤਰੀਕ ਨੂੰ ਥੋੜਾ ਪ੍ਰੋਡਕਸ਼ਨ, ਥੋੜਾ ਕੰਸਟਰਕਸ਼ਨ ਤੇ ਜਿਹੜੇ ਨਿੱਕੇ ਨਿਆਣੇ ਸਕੂਲ ਵਾਲੇ ਉਹ ਖੋਲਨੇ ਆ। ਸੋ ਦੇਖੋ ਇਹ ਥੋੜਾ ਰਿਸਕ ਉਹਨਾਂ ਨੇ ਲੈ ਕੇ ਦੇਖਣਾ ਵੀ ਕਿੱਦਾਂ ਹੈਗਾ। ਅਗਰ ਨੰਬਰ ਵੱਧਦੇ ਤੇ ਸ਼ਾਇਦ ਉਹਨਾਂ ਨੂੰ ਫਿਰ ਦੁਬਾਰਾ ਬੰਦ ਕਰਨੇ ਪੈਣ। ਸਾਡੇ ਅਜੇ ਕੋਈ ਡੇਟਸ ਨਹੀਂ ਆਈਆਂ, ਅਸੀਂ ਬਹੁਤ ਜ਼ਿਆਦਾ ਕੰਜ਼ਰਵੇਟਿਵ ਹੈਗੇ ਬ੍ਰਿਟਿਸ਼ ਕੋਲੰਬੀਆ 'ਚ। ਓਨਟਾਰੀਓ 'ਚ ਵੀ ਉਹਨਾਂ ਨੇ 3 ਸਟੈਪ ਪਲਾਨ ਬਣਾਇਆ ਲੇਕਿਨ ਕੋਈ ਡੇਟ ਨਹੀਂ ਦਿੱਤੀ। ਸੋ ਹੋ ਸਕਦਾ ਲੈਟਸ ਸੇ ਵੀ ਹੁਣ ਆਪਾਂ ਖੋਲ ਦਈਏ 2 ਹਫ਼ਤੇ 'ਚ, ਅਗਰ 2 ਮਹੀਨੇ ਬਾਅਦ ਦੇਖੀਏ ਵੀ ਨੰਬਰ ਬਹੁਤ ਵੱਧਦੇ ਫਿਰ ਸਾਨੂੰ ਲੋਕਡਾਊਨ 'ਚ ਜਾਣਾ ਪਊਗਾ। ਸਾਨੂੰ ਕੁਝ ਨਹੀਂ ਪਤਾ। ਜਿੱਦਾਂ ਵੀ ਜਦੋਂ ਜੰਗ ਲੱਗੀ ਹੁੰਦੀ ਆ ਉਦੋਂ ਜਿਹੜੇ ਐਟਮ ਬੰਬ ਵਾਲੇ ਪਲੇਨ ਹੁੰਦੇ ਆ ਉਦੋਂ ਫਿਰ ਸਾਇਰਨ ਚੱਲਦਾ ਵੀ ਲੁਕ ਜਾਓ, ਬੰਕਰ 'ਚ ਚਲੇ ਜਾਓ। ਵੀ ਡੋਂਟ ਨੋ ਵੀ ਅੱਗੇ ਸਮੇਂ 'ਚ ਕੀ ਹੋਣਾ। ਡਾਕਟਰ ਐਂਥੋਨੀ ਫੌਸੀ ਅੱਜ ਉਹਨਾਂ ਨੇ ਬਿਆਨ ਦਿੱਤਾ, ਜਿਹੜੇ ਸਭ ਤੋਂ ਵੱਡੇ ਲੀਡ ਸਾਇੰਟਿਸਟ ਹੈਗੇ ਅਮਰੀਕਾ ਦੇ, ਵੀ ਵਿੰਟਰ ਦੇ ਵਿੱਚ ਸੈਕੰਡ ਵੇਵ ਅਮਰੀਕਾ 'ਚ ਹੋਣਾ ਹੀ ਹੋਣਾ। ਉਹ ਕਹਿ ਰਹੇ ਆ ਜਿੱਦਾਂ ਫਲੂ ਦਾ ਹੁੰਦਾ ਉਹਦਾ ਇਹ ਪੰਗਾ ਹੋਊਗਾ। ਹੁਣ ਦੇਖੋ ਇਹ ਕੋਵਿਡ ਜਦੋਂ ਇੱਥੇ ਆਇਆ ਅਮਰੀਕਾ ਕੈਨੇਡਾ, ਸਾਡਾ ਫਲੂ ਸੀਜ਼ਨ ਆਲਮੋਸਟ ਖਤਮ ਹੋ ਰਿਹਾ ਸੀ। ਅਗਰ ਇਹ ਦੋਵੇਂ ਇਕੱਠੇ ਹੋਣ ਤੁਸੀਂ ਦੇਖੋ ਕਿੰਨੀ ਹਾਹਾਕਾਰ ਮਚੂਗੀ, ਹੈ ਨਾ। ਸੋ ਮੇ ਬੀ ਜਿਹੜਾ ਆਉਣ ਵਾਲਾ ਜਿਹੜਾ ਫਾਲ ਵਿੰਟਰ ਆ ਸਾਨੂੰ ਜ਼ਿਆਦਾ ਮੋਨੀਟਰ ਕਰਨਾ ਪਊਗਾ। ਇਸ ਲਈ ਜਿਹੜੇ ਆ ਸੋਸ਼ਲ ਡਿਸਟੈਂਸ ਆ 6 ਫੁੱਟ ਦੇ, ਮਾਸਕ ਲਾਉਣਾ, ਹੈਂਡ ਹਾਈਜੀਨ, ਇਹ ਤੇ ਕਈ ਸਾਲ ਤੱਕ ਚੱਲਦਾ ਰਹੂਗਾ। ਔਰ ਜਿਹੜੇ 에ਅਰਪਲੇਨਸ ਹੈਗੇ ਆ ਉਹਨਾਂ ਨੂੰ ਆਪਣੀ ਸੀਟਾਂ ਕੱਢਣੀਆਂ ਪੈਣੀਆਂ ਤਾਂ ਕਿ 6-6 ਫੁੱਟ 'ਚ ਬੰਦੇ ਬਿਠਾਉਣ। ਜਿਹੜੀ ਉੱਥੇ ਲੇਡੀਜ਼ ਸਰਵਰਸ ਹੈਗੀਆਂ 에ਅਰ ਹੋਸਟਸ, ਉਹਨਾਂ ਨੂੰ ਗੋਗਲਸ, ਮਾਸਕ ਤੇ ਗਲਵਸ ਤੇ ਜਿਹੜੇ ਪ੍ਰੋਟੈਕਟਿਵ ਸੂਟਸ ਵਗੈਰਾ ਪਾਉਣੇ ਪੈਣੇ ਆ। 에ਅਰਲਾਈਨ ਟਰੈਵਲਿੰਗ ਬੜਾ ਮਹਿੰਗਾ ਹੋ ਜਾਣਾ। ਸੋ ਟਰੈਵਲ ਇੰਡਸਟਰੀ, ਟੂਰਿਜ਼ਮ ਇੰਡਸਟਰੀ ਔਰ ਐਨਰਜੀ ਸੈਕਟਰ ਸਭ ਤੋਂ ਜ਼ਿਆਦਾ ਹਿੱਟ ਹੋਣਗੇ। ਹਰ ਇੱਕ ਸੈਕਟਰ ਹਿੱਟ ਹੋਏਗਾ, ਬਾਕੀ ਸੈਕਟਰਸ ਹੌਲੀ ਛੇਤੀ ਰਿਕਵਰ ਹੋਣਗੇ। ਲੇਕਿਨ ਇਹ ਦੂਜੇ ਜਿਹੜੇ ਹੈਗੇ ਆ ਹਸਪਿਟੈਲਿਟੀ, ਟੂਰਿਜ਼ਮ, ਟਰੈਵਲ ਤੇ ਉਹ ਚੀਜ਼ਾਂ, ਰੈਸਟੋਰੈਂਟ ਵਾਲੇ ਡਰਾਇੰਗਾਂ ਬਣਾ ਕੇ ਦੇ ਰਹੇ ਆ ਬੋਨੀ ਹੈਨਰੀ ਜੀ ਨੂੰ ਵੀ ਅਸੀਂ 6-6 ਫੁੱਟ ਦਾ ਆਪਾਂ ਦੋ ਹੀ ਸੀਟਾਂ ਲਾਵਾਂਗੇ ਜਾਂ 3 ਲਾਵਾਂਗੇ ਜਿਹੜਾ ਰਾਊਂਡ ਟੇਬਲ ਹੈਗਾ। ਬਟ ਉਹਦੇ ਉੱਤੇ ਵਿਚਾਰ ਕਰਕੇ ਜਿਹੜੇ ਹੈਲਥ ਮਿਨਿਸਟਰ ਆ ਸਾਰੇ ਬਹਿ ਕੇ ਹੌਲੀ ਸੈਲੂਨ ਵੀ ਖੁੱਲਣਗੇ, ਰੈਸਟੋਰੈਂਟ ਵੀ ਖੁੱਲਣਗੇ, ਪ੍ਰੋਡਕਸ਼ਨ ਵੀ ਖੁੱਲੂਗਾ, ਕੰਸਟਰਕਸ਼ਨ ਵੀ ਖੁੱਲੂਗਾ, ਸਕੂਲ ਵੀ। ਲੇਕਿਨ ਕਿਤੇ ਨਾ ਕਿਤੇ ਜਿਹੜੇ ਸਕੂਲ ਦੇ ਮੰਤਰੀ ਉਹ ਕਹਿ ਰਹੇ ਆ ਵੀ ਇਸ ਸਾਲ ਸ਼ਾਇਦ ਹੀ ਸਕੂਲ ਖੁੱਲਣਗੇ, ਉਹਨਾਂ ਦੇ ਜਿਹੜੇ ਬਿਆਨ ਤੋਂ ਆ ਰਿਹਾ। ਉਹ ਕਹਿੰਦੇ ਮੈਂ ਨਿਊਜ਼ੀਲੈਂਡ ਨੂੰ ਦੇਖ ਰਿਹਾ ਵੀ ਉੱਥੇ ਕੀ ਹੋਊਗਾ, ਹੋਰ ਪ੍ਰੋਵਿੰਸਿਸ ਨੂੰ ਦੇਖ ਰਿਹਾ ਉੱਥੇ ਕੀ ਹੋਊਗਾ। ਸੋ ਕੋਈ ਡੇਟਸ ਨਹੀਂ ਹੈਗੀ ਬ੍ਰਿਟਿਸ਼ ਕੋਲੰਬੀਆ 'ਚ, ਲੇਕਿਨ ਜਦੋਂ ਵੀ ਕੋਈ ਔੜ ਆਉਂਦੀ ਆ ਉਹ ਕੁਝ ਸਮੇਂ ਬਾਅਦ ਹਮੇਸ਼ਾ ਠੀਕ ਹੁੰਦੀ ਆ। ਸੋ ਆਸ਼ਾਵਾਦੀ ਰਹਿਣਾ ਚਾਹੀਦਾ, ਹੋਪਫੁਲ ਰਹਿਣਾ ਚਾਹੀਦਾ। ਜਦੋਂ ਨਾ ਜਿਊਸ ਆ ਜਦੋਂ ਜਿਊਸ ਜਿਹੜੇ ਹੈਗੇ ਆ ਕੈਂਪਸ ਦੇ ਵਿੱਚ ਪਾਏ ਸੀ ਹਿਟਲਰ ਸਾਹਿਬ ਨੇ, ਉਦੋਂ 3 ਚੀਜ਼ਾਂ ਉਹਦੇ ਸਾਹਮਣੇ ਆਈਆਂ ਸੀ ਜਿਹੜੀਆਂ ਨੇ ਉਹਨਾਂ ਨੂੰ ਬਚਾਇਆ। ਕਈ ਵਰੇ ਉਹ ਕੈਂਪਸ 'ਚ ਰਹੇ ਸੀ, ਉਹਨਾਂ ਦੀ ਕੋਈ ਬੈਡ ਹੈਲਥ ਕਰਕੇ ਉਹਨਾਂ ਦੀ ਮੌਤ ਨਹੀਂ ਹੋਈ ਸੀ। ਪਹਿਲਾ ਸੀ ਪਰਪਸ ਆਫ ਲਾਈਫ, ਵੀ ਅਗਲੇ ਨੇ ਮਿੱਠਿਆ ਸੀ ਵੀ ਮੈਂ ਕੈਂਪ ਤੋਂ ਨਿਕਲੂੰਗਾ, ਮੈਂ ਇਹ ਕਰਨਾ, ਇਹ ਚੀਜ਼ ਬਣਾਉਣੀ ਆ, ਇਹ ਪੇਂਟਿੰਗ ਬਣਾਉਣੀ ਆ, ਇਹ ਪੜ੍ਹਨਾ, ਇਹ ਕਰਨਾ, ਮਤਲਬ ਉਹਦਾ ਪਰਪਸ ਆਫ ਲਾਈਫ ਸੀ। ਸੈਕੰਡ ਸੀ ਅਨਕੰਡੀਸ਼ਨਲ ਲਵ, ਆਪਣੇ ਪ੍ਰਤੀ ਪ੍ਰੇਮ ਤੇ ਸਾਰਿਆਂ ਪ੍ਰਤੀ ਪ੍ਰੇਮ। ਤੇ ਤੀਜਾ ਸੀ ਵੀ ਸਫਰਿੰਗ ਨੂੰ ਇੱਕ ਐਜੂਕੇਸ਼ਨ ਦੇ ਰੂਪ 'ਚ ਲੈਣਾ, ਵੀ ਜੋ ਮੈਨੂੰ ਆ ਸਫਰਿੰਗ ਮਿਲ ਰਹੀ ਆ, ਮੈਨੂੰ ਕੁੱਟਮਾਰ ਮਿਲ ਰਹੀ ਹੈ, ਰੋਟੀ ਪਾਣੀ ਮਿਲ ਰਹੀ, ਇਹ ਸ਼ਾਇਦ ਮੈਨੂੰ ਕੋਈ ਸਿਖਾ ਰਿਹਾ। ਜਿਹੜਾ ਗੁਰਬਾਣੀ ਵੀ ਕਹਿੰਦੀ ਹੈ ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਵੀ ਦਾਤ ਤੇਰੀ ਦਾਤਾਰ। ਸਫਰਿੰਗ ਨੂੰ ਆਪਾਂ ਅਗਰ ਗ੍ਰੇਸ 'ਚ ਲੈ ਜਾਈਏ ਤਾਂ ਫਿਰ ਉਹ ਹਰਟ ਨਹੀਂ ਕਰਦੀ।
ਸੋ ਸਾਨੂੰ ਜਿਹੜਾ ਹੈਗਾ ਮਨ ਨੀਵਾਂ ਤੇ ਮਤ ਉੱਚੀ ਰੱਖਣੀ ਚਾਹੀਦੀ ਆ। ਔਖਾ ਸਮਾਂ ਆਉਂਦਾ ਸਦੀ ਵੀ ਨਹੀਂ ਰਹਿੰਦਾ, ਹਟ ਜਾਊਗਾ। ਬਿਲਕੁਲ ਕੁਛ ਨਹੀਂ ਪਤਾ ਕੀ ਹੋਣ ਵਾਲਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜੇ ਅਸੀਂ ਦੂਜੀ ਵੇਵ ਦੀ ਗੱਲ ਕਰੀਏ ਤਾਂ ਸਾਡੇ ਵੀ ਬਹੁਤ ਜ਼ਿਆਦਾ ਠੰਡ ਹੁੰਦੀ ਹੈਗੀ ਆ ਵਿੰਟਰ ਸੀਜ਼ਨ ਦੇ ਵਿੱਚ। ਸੋ ਉਦੋਂ ਇੱਥੇ ਕੀ ਹਾਲ ਹੋਏਗਾ ਉਹ ਵੀ ਨਹੀਂ ਪਤਾ, ਹੁਣ ਕੀ ਹੋਣ ਵਾਲਾ ਉਹ ਵੀ ਨਹੀਂ ਪਤਾ। ਪਰ ਤੁਸੀਂ ਐਕਸਪਲੇਨੇਸ਼ਨ ਦਿੱਤੀ ਹੈਗੀ ਹੈ ਕਿ ਕੀ ਕੁਝ ਹੋ ਰਿਹਾ ਵਰਲਡ ਦੇ ਵਿੱਚ, ਸੋ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ। ਥੈਂਕ ਯੂ ਸੋ ਮਚ ਤੁਹਾਡਾ। ਤੇ ਅਸੀਂ ਅਗਲੀ ਵਾਰ ਫੇਰ ਤੁਹਾਡੇ ਨਾਲ ਇਦਾਂ ਹੀ ਰਾਬਤਾ ਕਾਇਮ ਕਰਾਂਗੇ ਤਾਂ ਕਿ ਤੁਹਾਡੇ ਤੋਂ ਹੋਰ ਇਨਫੋਰਮੇਸ਼ਨ ਲਈ ਜਾ ਸਕੇ। ਬਹੁਤ ਬਹੁਤ ਧੰਨਵਾਦ ਜੀ, ਸੇਵਾ ਤੇ ਲੱਗੇ ਰਹੋ ਅਰਸ਼ ਜੀ, ਯੂ ਆਰ ਡੂਇੰਗ ਗੁੱਡ ਜੌਬ। ਬਹੁਤ ਬਹੁਤ ਧੰਨਵਾਦ। ਹੱਸਦੇ ਰਹੋ, ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਡਾਕਟਰ ਭੁਰ ਜੀ ਹਮੇਸ਼ਾ ਸਾਨੂੰ ਪੋਜ਼ਿਟਿਵ ਹੋਣਾ ਸਿਖਾਉਂਦੇ ਨੇ। ਜਦੋਂ ਵੀ ਇਹਨਾਂ ਦੇ ਨਾਲ ਗੱਲ ਕਰੀਏ ਸਾਨੂੰ ਇਨਫੋਰਮੇਸ਼ਨ ਵੀ ਪੂਰੀ ਦਿੰਦੇ ਨੇ ਤੇ ਨਾਲ ਨਾਲ ਸਾਨੂੰ ਕਹਿੰਦੇ ਨੇ ਕਿ ਪੋਜ਼ਿਟਿਵ ਰਹੋ, ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿਣਾ ਚਾਹੀਦਾ ਸਾਨੂੰ। ਤੇ ਹਮੇਸ਼ਾ ਜੋ ਵਰਲਡ ਦੇ ਵਿੱਚ ਹੁੰਦਾ ਹੈਗਾ ਆ ਉਹਨੂੰ ਜੋ ਵੀ ਸਾਡੇ ਜਿਹੜੀਆਂ ਗਾਈਡਲਾਈਨਸ ਹੈਲਥ ਵੱਲੋਂ ਦਿੱਤੀਆਂ ਜਾ ਰਹੀਆਂ ਨੇ, ਸੋ ਉਹਨਾਂ ਨੂੰ ਫੋਲੋ ਕਰਦੇ ਰਹਿਣਾ ਹੈਗਾ ਆ। ਸੋ ਕੀ ਹੋ ਰਿਹਾ ਅਗਲੇ ਟਾਈਮ ਦੇ ਵਿੱਚ, ਕੀ ਹੋਵੇਗਾ ਨੈਕਸਟ ਈਅਰ ਤੱਕ ਕੀ ਹੋਵੇਗਾ, ਸੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ।